ਸਤਨਾਮ ਵਾਹਿਗੁਰੂ ਸਾਹਿਬ ਜੀ। ਥਾਕੇ ਨੈਣ ਸ਼ਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ। ਏਕ ਨ ਥਾਕਸ ਮਾਇਆ ਬਾਵਰੇ। ਤੈ ਗਿਆਨ ਵਿਚਾਰ ਨ ਪਾਇਆ, ਬਿਰਥਾ ਜਨਮ ਗਵਾਇਆ। ਬਿਰਥਾ ਜਨਮ ਗਵਾਇਆ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ। ਰੈਨ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਬਿਨ ਗੁਣ ਕਾਮ ਨ ਆਵਈ, ਟਹਿ ਟੇਰੀ ਤਨ ਖੇਹ। ਮੇਰੇ ਮਨ ਲੈ ਲਾਹ ਕਰ ਜਾਹੀ, ਗੁਰਮੁਖ ਨਾਮ ਸਲਾਹੀਐ। ਹਉਮੈ ਨਿਵਰੀ ਪਾਹੇ, ਬੇਸੁਮਾਰ ਅਥਾਹ ਅਗਨਤ ਤੋਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੇਖ ਫਰੀਦਾ ਜੇਠੀਆ, ਸ਼ੱਕਰ ਹੋਈ ਵਿਸ। ਸਾਈਂ ਬਾਝੋ ਆਪਣੇ, ਵੇਦਨ ਕਹੀਐ ਕਿਸ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਸਾਖ ਪਕੰਦੀ ਆਈਆ, ਹੋਰ ਕਰੇ ਦੀਵਨ। ਫਰੀਦਾ ਕਾਲੀ ਜਿਨੀ ਨ ਰਾਵਿਆ, ਧੌਲੀ ਰਾਵੈ ਕੋਇ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਇ। ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ।
ਆਪਣਾ ਲਾਇਆ ਪਿਰਮ ਨ ਲੱਗਈ। ਜੇ ਲੋਚੈ ਸਭ ਕੋਇ, ਇਹ ਪਿਰਮ ਪਿਆਲਾ ਖਸਮ ਕਾ। ਜੈ ਭਾਵੈ ਤੈ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ। ਕਿਰਪਾ ਨਿਧ ਦਇਆ ਨਿਧ, ਕਰੁਣਾ ਨਿਧ ਗੁਣ ਨਿਧ, ਅਗਮ ਅਗੋਚਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ। ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ, ਬਖਸ਼ਿਸ਼ ਭਰੀ, ਗਿਆਨ ਭਰੀ ਨਜ਼ਰ ਕਰਕੇ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਵਾਰਨ ਦਾ, ਅਧਿਆਤਮਿਕ ਯਤਨ ਕਰਦਿਆਂ ਹੋਇਆਂ ਗੁਰੂ ਕੀ ਕਾਰ ਕਮਾਉਣ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਜੀਵਨ ਦੀ ਸਭ ਤੋਂ ਉੱਤਮ ਕਰਮਸ਼ੀਲਤਾ ਨੂੰ ਧਾਰਨ ਕਰਦਿਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਅਧਿਆਤਮਿਕ ਲਾਭ ਪ੍ਰਾਪਤ ਕਰਨ ਦਾ, ਗੁਰੂ ਨਦਰ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਮਿਹਰ ਸਦਕਾ ਆਪ ਜੀ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਜਿਨ੍ਹਾਂ ਦੇ ਪਾਵਨ ਕਲਾਮ ਸਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ। ਭਗਤ ਸਿਰਮੌਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਅੱਜ ਵਾਲੇ ਸਲੋਕ ਵਿੱਚ ਬਖਸ਼ਿਸ਼ ਕਰ ਰਹੇ ਹਨ। ਇਸ ਸਲੋਕਾਂ ਦਾ ਇੱਕ ਜੁੱਟ ਹੀ ਬਣਿਆ ਹੋਇਆ ਹੈ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦੇ ਅੰਤਰਗਤ। ਇਸ ਤੋਂ ਪਹਿਲੇ ਸਲੋਕ ਵਿੱਚ ਜ਼ਿਕਰ ਸੀ ਦੇਖ ਫਰੀਦਾ। ਜਿਹੜਾ ਬਾਬਾ ਫਰੀਦ ਸਾਹਿਬ ਜੀ ਦੇ ਇਹ ਦੋ ਸ਼ਬਦਾਂ ਦੀ ਵਰਤੋਂ ਕਰਨ ਦਾ ਭਾਵ ਇਹ ਹੈ ਕਿ ਉਹ ਆਪਣੇ ਅਨੁਭਵ ਨੂੰ, ਸਾਡਾ ਸਾਰਿਆਂ ਦਾ ਅਨੁਭਵ ਜਿਹੜਾ ਹੈ ਸਮਝ ਰਹੇ ਹਨ ਜਾਂ ਸਮਝਾ ਰਹੇ ਹਨ। ਕਿਉਂਕਿ ਹਰੇਕ ਦਾ ਜੀਵਨ ਇੱਕ ਸਮਾਨ ਹੈ, ਹਰੇਕ ਦਾ ਜੀਵਨ ਓਨਾ ਹੀ ਅਮੋਲਕ ਹੈ ਜਿਤਨਾ ਕਿਸੇ ਮਹਾਂਪੁਰਖ ਦਾ। ਇਹ ਠੀਕ ਹੈ ਕਿ ਮਨੁੱਖ ਆਪਣੀ ਸੀਮਤ ਸੋਝੀ ਕਰਕੇ, ਸ਼ੁਭ ਕਰਮ ਨਾ ਕਰਨ ਕਰਕੇ ਆਪਣੇ ਜੀਵਨ ਦੇ ਅਰਥਾਂ ਨੂੰ ਘਟਾ ਲੈਂਦਾ ਹੈ, ਪਰ ਇੱਕ ਰੱਬੀ ਬੰਦਗੀ ਵਾਲੀ ਸ਼ਖਸੀਅਤ ਰੱਬੀ ਗੁਣਾਂ ਦੀ ਕਮਾਈ ਕਰਕੇ ਉਹਦੇ ਮਹੱਤਵ ਨੂੰ ਵੱਡਾ ਕਰ ਲੈਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਇਸ ਤੋਂ ਪਹਿਲੇ ਸਲੋਕ ਦੇ ਅੰਤਰਗਤ ਦਾੜੀ ਹੋਈ ਭੂਰ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਨਾ ਤਾਂ ਜੀਵਨ ਇੱਕ ਦਿਨ 'ਚ ਬਣਦਾ ਹੈ ਅਤੇ ਨਾ ਹੀ ਇੱਕ ਦਿਨ 'ਚ ਖਤਮ ਹੁੰਦਾ ਹੈ। ਜੀਵਨ ਨੂੰ ਬਣਦਿਆਂ ਅਤੇ ਜੀਵਨ ਨੂੰ ਬਿਨਸਦਿਆਂ ਸਮਾਂ ਲੱਗਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖ ਰਹੇ ਹਨ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਕਿ ਤੇਰਾ ਜੀਵਨ ਹੌਲੀ ਹੌਲੀ ਘਟਿਆ। ਇਹ ਇੱਕ ਦਿਨ ਨਹੀਂ ਕਿ ਤੇਰੇ ਚਿਹਰੇ ਦੇ ਵਾਲ, ਤੇਰੇ ਸਰੀਰ ਦੇ ਸਾਰੇ ਰੋਮ ਚਿੱਟੇ ਹੋ ਗਏ ਨੇ। ਇਹ ਹੌਲੀ ਹੌਲੀ ਹੋਏ ਨੇ। ਇਹਨਾਂ ਨੇ ਹੌਲੀ ਹੌਲੀ ਆਪਣਾ ਰੂਪ ਵਟਾਇਆ ਹੈ ਅਤੇ ਤੈਨੂੰ ਦਿਨ ਬਾ ਦਿਨ ਸੁਚੇਤ ਕੀਤਾ। ਬਾਣੀ 'ਚ ਇੱਕ ਬੜਾ ਸੁੰਦਰ ਪ੍ਰਵਾਨ ਆਉਂਦਾ, ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ। ਕਿਸਾਨ ਫਸਲ ਬੀਜਦਾ ਨਾ ਕਈ ਦਫਾ, ਉਹਦੀ ਮਰਜ਼ੀ ਹੈ। ਵੈਸੇ ਤਾਂ ਇੱਕ ਜਿਹੜਾ ਪ੍ਰਚਲਿਤ ਖਿਆਲ ਹੈ ਉਹ ਹੈ ਕਿ ਜਦ ਪੱਕ ਗਈ ਫਿਰ ਇਹਨੂੰ ਵੱਢੇਗਾ ਹੀ ਵੱਢੇਗਾ, ਫਿਰ ਇਹ ਨਾ ਵੱਢੇ, ਕੋਈ ਚੋਰੀ ਕਰਕੇ ਵੱਢ ਲਏਗਾ। ਵੱਢਣਾ ਯਕੀਨਨ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸਲੋਕ 'ਚ ਬਖਸ਼ਿਸ਼ ਕਰਦੇ ਹਨ, ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਕੱਲਾ ਜੀਵਨ ਦਾ ਬਲ ਨਹੀਂ ਟਲਿਆ, ਜੀਵਨ ਦੇ ਇੱਕ ਅੰਦਰ ਵੱਡੀ ਸਮੱਸਿਆ ਵੀ ਪੈਦਾ ਹੋ ਗਈ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗਊ ਦੇ ਨਾਲ ਦੇਖ,
ਇਸ ਦੇਖ ਦਾ ਮਤਲਬ ਹੈ ਕਿ ਤੇਰੇ ਕੋਲੋਂ ਗਹਿਰਾ ਚਿੰਤਨ ਹੋਵੇ ਕਿ ਜੋ ਕੁਝ ਤੂੰ ਆਪਣੇ ਜੀਵਨ ਦੇ ਕਾਲੇ ਵੇਲਿਆਂ 'ਚ ਕਰ ਆਇਆ, ਭਾਵ ਕਿ ਜਦ ਜੀਵਨ ਦੇ ਰੋਮ ਸਿਰ ਦੇ ਵਾਲ ਕਾਲੇ ਸਨ, ਜੋਬਨ ਅਵਸਥਾ 'ਚ ਜੋ ਕਰ ਆਇਆ ਹੈ ਉਹਨੂੰ ਹੁਣ ਚਿੰਤਨ ਦੇ ਵਿੱਚ ਹੰਢਾ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਅਨੁਭਵ ਕੀ ਹੈ? ਸ਼ੱਕਰ ਹੋਈ ਵਿਸ। ਹੁਣ ਜਿਹੜੀ ਸ਼ੱਕਰ ਹੈ ਉਹ ਜ਼ਹਿਰ ਵਰਗੀ ਲੱਗਦੀ ਹੈ। ਅਤੇ ਅੱਗੇ ਆਖਦੇ ਨੇ ਸਾਈਂ ਬਾਝੋਂ ਆਪਣੇ ਵੇਦਣ ਕਹੀ ਹੈ ਕਿਸ। ਹੁਣ ਜਿਹੜੀ ਸ਼ੱਕਰ ਜ਼ਹਿਰ ਵਰਗੀ ਲੱਗਣ ਲੱਗ ਪਈ ਹੈ, ਇਹ ਜਿਹੜੀ ਅੰਦਰ ਪੀੜ ਬਣ ਗਈ ਹੈ, ਕਹਿੰਦੇ ਆਪਣੇ ਮਾਲਕ ਤੋਂ ਬਿਨਾਂ ਵੇਦਣ ਦਾ ਅਰਥ ਹੁੰਦਾ ਪੀੜ, ਦਰਦ। ਕਿਸ ਦੇ ਅੱਗੇ ਕਹਿ ਸਕਦੇ ਹਾਂ? ਹੁਣ ਇਸ ਲੋਕ ਦਾ ਅਨੁਭਵ ਸਮਝਣ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸ਼ੱਕਰ ਹੋਈ ਵਿਸ। ਸਾਡੇ ਜੀਵਨ ਦੇ ਵਿੱਚ ਜਿਹੜੀ ਮੱਧ ਵਾਲੀ ਅਵਸਥਾ ਹੈ ਜੋਬਨ, ਬਚਪਨ ਆਰੰਭ ਹੈ ਅਤੇ ਬੁਢਾਪਾ ਅੰਤ ਹੈ। ਪਰ ਮੱਧ ਵਾਲੀ ਅਵਸਥਾ ਜਿਹੜੀ ਜੋਬਨ ਹੈ, ਇਹ ਸਾਡੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਅਵਸਥਾ ਹੈ। ਇਹ ਮਹੱਤਵਪੂਰਨ ਵੀ ਹੈ, ਬੜੀ ਨਾਜ਼ੁਕ ਵੀ ਹੈ। ਇਸ ਉਮਰ ਦੇ ਵਿੱਚ, ਇਸ ਅਵਸਥਾ ਦੇ ਵਿੱਚ ਬੰਦੇ ਨੂੰ ਆਪਣੇ ਸਰੀਰ ਦਾ, ਆਪਣੇ ਸਰੀਰ ਅੰਦਰਲੀਆਂ ਸਮਰੱਥਾਵਾਂ ਦਾ ਬੋਧ ਹੋਣਾ ਸ਼ੁਰੂ ਹੋ ਜਾਂਦਾ, ਪਰ ਬੋਧ ਦਾ ਗਿਆਨ ਨਹੀਂ ਹੁੰਦਾ। ਪਤਾ ਲੱਗ ਪੈਂਦਾ ਹੈ ਕਿ ਮੇਰੇ ਦੇਖਣ ਦੀ, ਮੇਰੇ ਚੱਲਣ ਦੀ, ਮੇਰੇ ਕਰਨ ਦੀ ਸਮਰੱਥਾ ਬੜੀ ਹੈ। ਦੇਹ ਦਾ ਤਾਣ ਪਤਾ ਲੱਗ ਜਾਂਦਾ ਹੈ, ਪਰ ਇਹ ਨਹੀਂ ਪਤਾ ਲੱਗਦਾ, ਕਿਸੇ ਵਿਰਲੇ ਨੂੰ ਲੱਗਦਾ ਹੈ ਕਿ ਇਹਦਾ ਪ੍ਰਯੋਗ ਕੀ ਕਰਨਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੱਕਰ, ਜਦੋਂ ਨੇਤਰ ਕੰਮ ਕਰਦੇ ਸਨ, ਪਤਾ ਕਿ ਨੇਤਰਾਂ ਨੇ ਬੜੀ ਦੂਰ ਤੱਕ ਦੇਖਣ ਦਾ ਕਾਰਜ ਕਰ ਲੈਣਾ ਹੈ। ਕਹਿੰਦੇ ਦੇਖਦਾ ਦੇਖਦਾ ਰਿਹਾ, ਪਰ ਇਸ ਦੇਖਣ ਦੇ ਵਿੱਚ ਵਾਸਨਾ ਸ਼ਾਮਲ ਹੋ ਗਈ। ਪਰਾਏ ਰੂਪ ਦੀ ਚਾਹਤ, ਕਾਮੁਕ ਦ੍ਰਿਸ਼ਾਂ ਦੀ ਚਾਹਤ ਨੇ ਮਨ ਨੂੰ ਹਰਨ ਕਰ ਲਿਆ। ਇਸ ਕਰਕੇ ਦਿਨ ਬਾ ਦਿਨ ਉਹ ਜਿਹੜੇ ਪਦਾਰਥ ਹੈਗੇ ਉਹ ਪਹਿਲਾਂ ਹੀ ਵਿਸ ਵਰਗੇ ਸਨ, ਪਰ ਜੀਵਨ ਦੇ ਵਿੱਚ ਅਜੇ ਨੇਤਰ ਕੰਮ ਕਰ ਰਹੇ ਸਨ, ਰੌਸ਼ਨੀ ਕੰਮ ਕਰ ਰਹੀ ਸੀ, ਸਰੀਰ ਦਾ ਬਲ ਕੰਮ ਕਰ ਰਿਹਾ ਸੀ। ਇਸ ਕਰਕੇ ਉਹਲਾ ਕਰਮ ਸ਼ੱਕਰ ਵਾਂਗ ਲੱਗਦਾ ਸੀ ਅਤੇ ਉਹਨੂੰ ਵਧੇਰੇ, ਜਿਵੇਂ ਕਈਆਂ ਨੂੰ ਮਿਸ਼ਠਾਨ ਵੱਧ ਵਧੀਆ ਲੱਗਦਾ ਹੈ, ਉਹ ਬਹੁਤ ਜ਼ਿਆਦਾ ਖਾਂਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੱਕਰ ਜਿਹੜੇ ਜੀਵਨ ਦੇ ਵਿੱਚ ਗਿਆਨ ਇੰਦਰੀਆਂ ਦੇ ਨਾਲ, ਕਰਮ ਇੰਦਰੀਆਂ ਦੇ ਨਾਲ ਜਿਹੜੇ ਕਰਮ ਜੋਬਨ ਅਵਸਥਾ ਦੇ ਵਿੱਚ ਜਿਹੜੇ ਸ਼ੱਕਰ ਵਾਂਗ ਮਿੱਠੇ ਲੱਗਦੇ ਸਨ ਅਤੇ ਉਹਨਾਂ ਨੂੰ ਬਾਰ-ਬਾਰ ਖਾਂਦਾ ਜਾਂ ਕਰਦਾ ਸੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੋਈ ਵਿਸ। ਹੁਣ ਮਨੁੱਖ ਪਿੱਛੇ ਜਾਣਨਾ ਚਾਹੇਗਾ ਕਿ ਸ਼ੱਕਰ ਵਿਸ ਕਿਵੇਂ ਹੋ ਸਕਦੀ ਹੈ। ਇਹਦਾ ਭਾਵ ਇਹ ਹੈ ਕਿ ਜਦ ਜੀਵਨ ਦੇ ਵਿੱਚ ਬਲ ਹੈ, ਉਦੋਂ ਚਿੰਤਨ ਮੱਧਮ ਹੁੰਦਾ ਹੈ। ਇਸ ਕਰਕੇ ਦੁਨੀਆ ਭਰ ਦੇ ਅਧਿਆਤਮਿਕ ਪੁਰਖਾਂ ਨੇ ਕਿਹਾ ਹੈ ਕਿ ਇੱਕ ਬੁੱਢੇ ਦਾ ਸੰਤ ਹੋ ਜਾਣਾ ਮੰਨਿਆ ਜਾ ਸਕਦਾ ਹੈ। ਇੱਕ ਬਚਪਨ ਦੇ ਵਿੱਚ ਕਿਸੇ ਬੰਦੇ ਦਾ ਕਿਸੇ ਭਗਤੀ ਮਾਰਗ ਵੱਲ ਜੁੜਨਾ ਮੰਨਿਆ ਜਾ ਸਕਦਾ ਹੈ, ਪਰ ਇੱਕ ਨੌਜਵਾਨ ਦਾ ਆਪਣੇ ਜੀਵਨ ਨੂੰ ਜ਼ਬਤ ਵਿੱਚ ਲਿਆ ਕੇ ਭਗਤੀ ਦੇ ਮਾਰਗ 'ਤੇ ਪੂਰੀ ਤਰ੍ਹਾਂ ਕੇਂਦਰਿਤ ਕਰ ਲੈਣਾ, ਇਹ ਥੋੜ੍ਹਾ ਅਸੰਭਵ ਜਾਪਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੱਕਰ ਹੋਈ ਵਿਸ। ਹੁਣ ਜੀਵਨ ਦੇ ਜੇ ਅਸੀਂ ਤਿੰਨ ਅਵਸਥਾਵਾਂ ਨੂੰ ਵਾਚ ਲਈਏ ਤਾਂ ਚਿੰਤਨ ਕਿਹੜੀ ਅਵਸਥਾ ਵਿੱਚ ਪੈਦਾ ਹੁੰਦਾ ਹੈ? ਕੇਵਲ ਬੁਢਾਪੇ ਦੇ ਵਿੱਚ, ਜੇ ਸੰਸਾਰਿਕ ਤੌਰ 'ਤੇ ਵਾਚੀ। ਬਚਪਨ ਦੇ ਵਿੱਚ ਖਾਣ ਪੀਣ ਦਾ ਹੀ ਆਹਰ ਲੱਗਿਆ ਰਹਿੰਦਾ ਹੈ। ਜੋਬਨ ਅਵਸਥਾ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਬਾਰੇ ਜਾਣਨ ਦਾ, ਜੋ ਉਹਨਾਂ ਦੇ ਰਸਾਂ ਨੂੰ ਕਿਸੇ ਹੱਦ ਤੱਕ ਭੋਗਣ ਦਾ। ਹੁਣ ਜਦੋਂ ਇਹਨਾਂ ਨੇਤਰਾਂ ਦੇ ਨਾਲ ਜੋਬਨ ਅਵਸਥਾ ਦੇ ਵਿੱਚ ਰੋਜ਼ਾਨਾ ਮਲੀਨ ਦੇਖਿਆ, ਇਸ ਜ਼ੁਬਾਨ ਦੇ ਨਾਲ ਕੌੜੇ ਮੰਦੇ ਬੋਲ ਬੋਲੇ ਨੇ ਹਿਰਦੇ ਅੰਦਰ ਵਾਸਨਾ ਨੂੰ ਭਾਰੂ ਕਰ ਰੱਖਿਆ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਜਰਾ ਰੋਗ ਨੇ ਦੇਹੀ ਦੇ ਬਲ ਨੂੰ ਪਲਟ ਦਿੱਤਾ। ਜਰਾ ਰੋਗ ਦਾ ਮਤਲਬ ਬੁਢਾਪਾ। ਜਦੋਂ ਦਸਤਕ ਹੌਲੀ ਹੌਲੀ ਉਹਦੀ ਇਸ ਕਦਰ ਆ ਗਈ ਕਿ ਹੁਣ ਨੇਤਰਾਂ ਵਿੱਚ ਦੇਖਣ ਦੀ ਸਮਰੱਥਾ ਨਹੀਂ ਹੈ, ਸੁਣਨ ਦੀ ਸਮਰੱਥਾ ਨਹੀਂ ਹੈ, ਅਤੇ ਕੇਵਲ ਇੱਕੋ ਬਚਿਆ ਹੈ ਕਿ ਸੋਚਵਾਨ ਹੋ ਸਕਦਾ, ਸੋਚ ਸਕਦਾ ਹੈ। ਸੋਚਣ ਦੇ ਲਈ ਨਾ ਅੱਖਾਂ ਚਾਹੀਦੀਆਂ ਨੇ, ਨਾ ਕੰਨ ਚਾਹੀਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੇਹੀ ਦੇ ਜਰਾ ਹੋਣ ਨੇ ਇਹਨੂੰ ਇਸ ਚਿੰਤਨ 'ਤੇ ਲੈ ਆਂਦਾ ਹੈ ਕਿ ਜੋ ਜੀਵਨ ਦੇ ਜੋਬਨ ਅਵਸਥਾ ਦੇ ਵਿੱਚ ਅਗਿਆਨ ਵਸ ਜਾਂ ਮਾਇਆ ਦੇ ਭਰਮ ਵਸ ਕਰਮ ਕੀਤੇ ਨੇ, ਇਹ ਹੁਣ ਇਹਦੇ ਚਿੱਤ ਦੇ ਅੰਦਰ ਤੌਖਲਾ ਉਪਜਾਉਂਦੇ ਨੇ। ਤੌਖਲਾ ਮਤਲਬ ਕੀ ਹੈ? ਤੌਖਲੇ ਦਾ ਭਾਵ ਇਹ ਹੈ ਕਿ ਜਦੋਂ ਆਪਣੇ ਹੁਣ ਟਿਕ ਗਿਆ ਹੈ, ਪਹਿਲਾਂ ਭੱਜ ਦੌੜ ਸੀ, ਨਹੀਂ ਆਪਣੇ ਜੀਵਨ ਬਾਰੇ ਦੇਖ ਰਿਹਾ ਸੀ ਕਿ ਕਿਵੇਂ ਦਾ ਜੀਵਨ ਜੀਵ ਆਇਆ ਹਾਂ। ਹੁਣ ਜਦੋਂ ਦੇਹ ਦਾ ਬਲ ਖਤਮ ਹੋ ਗਿਆ, ਇੱਕ ਜਗ੍ਹਾ ਬੈਠਣਾ ਪੈ ਗਿਆ ਹੈ,
ਫਿਰ ਉੱਥੋਂ ਬੈਠਾ ਆਪਣੇ ਸਾਰੇ ਜੀਵਨ 'ਤੇ ਝਾਤ ਮਾਰਦਾ ਹੈ ਅਤੇ ਆਪਣੇ ਸਾਰੇ ਕੀਤੇ ਕਰਮਾਂ ਦੇ ਉੱਪਰ ਨਜ਼ਰਸਾਨੀ ਕਰਦਾ ਅਤੇ ਇਹਦਾ ਅਨੁਭਵ ਹੈ ਸ਼ੱਕਰ ਹੋਈ ਵਿਸ। ਦੇਖਦਾ ਨੌਜਵਾਨਾਂ ਨੂੰ ਭੱਜਦਿਆਂ, ਆਪਣਾ ਸਮਾਂ ਯਾਦ ਕਰਦਾ, ਪਰ ਆਪਣਾ ਸਮਾਂ ਯਾਦ ਕਰਨ ਦੇ ਨਾਲ ਮਨ 'ਚ ਪਰੇਸ਼ਾਨ ਵੀ ਹੁੰਦਾ ਕਿ ਹੁਣ ਮੈਂ ਇਹਨਾਂ ਵਾਂਗ ਭੱਜ ਨਹੀਂ ਸਕਦਾ, ਦੌੜ ਨਹੀਂ ਸਕਦਾ, ਦੇਖ ਨਹੀਂ ਸਕਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੱਕਰ ਹੋਈ ਵਿਸ। ਇਹ ਪਹਿਲਾਂ ਹੀ ਵਿਸ ਵਰਗੇ ਸਨ, ਪਰ ਮਨੁੱਖ ਨੇ ਭਰਮ ਦੇ ਵਿੱਚ ਸ਼ੱਕਰ ਜਾਣ ਲਿਆ ਅਤੇ ਮਾਲਕ ਨੇ ਫਿਰ ਇਹਨੂੰ ਸੁਚੇਤ ਕੀਤਾ ਹੈ। ਇਹਦੀ ਦੇਹ ਦਾ ਬਲ ਖਤਮ ਕਰਕੇ ਕੁਦਰਤੀ ਵਿਧਾਨ ਦੇ ਵਿੱਚ ਇਹਨੂੰ ਥੋੜ੍ਹਾ ਅਸਲੀਅਤ ਦੇ ਨੇੜੇ ਲਿਆਂਦਾ। ਜੀਵਨ ਦੇ ਵਿੱਚ ਬੰਦਾ ਕਦੀ ਵੀ ਇਸ ਗੱਲ ਦੇ ਨਾਲ ਬਹੁਤ ਘੱਟ ਮਨੁੱਖ ਸਹਿਮਤ ਹੁੰਦੇ ਨੇ ਅਸਲੀਅਤ ਦੇ ਨਾਲ। ਕਿਸੇ ਜਗ੍ਹਾ ਕਿਸੇ ਨੇ ਮੈਨੂੰ ਵਿਅੰਗਾਤਮਕ ਗੱਲ ਦੱਸੀ, ਕਹਿਣ ਲੱਗਾ ਕਿਸੇ ਵਿਆਹ ਸਮਾਗਮ ਦੇ ਵਿੱਚ ਜੋ ਨਾਚ ਗਾਣਾ ਹੋ ਰਿਹਾ ਸੀ, ਇੱਕ ਬਜ਼ੁਰਗ ਵਾਰ-ਵਾਰ ਲੱਤਾਂ ਜਿਹੀਆਂ ਹਿਲਾਵੇ, ਉਹਦੇ ਕਿਸੇ ਪੋਤਰੇ ਨੇ ਕਹਿ ਲਓ ਜਾਂ ਕਿਸੇ ਸੰਬੰਧੀ ਨੇ ਕਹਿ ਕੇ ਪਕੜ ਕੇ ਕਿ ਚਲੋ ਤੁਹਾਨੂੰ ਉੱਪਰ ਲੈ ਜਾਨਾ, ਥੋੜ੍ਹਾ ਤੁਸੀਂ ਵੀ ਨਾਚ ਗਾਣੇ 'ਚ ਭਾਗ ਲੈ ਲਓ। ਤਾਂ ਕਹਿੰਦੇ ਕਿ ਉਹ ਜਦੋਂ ਲੈਣ ਗਿਆ, ਬੜਾ ਬਹੁਤਾ ਹੀ ਬਿਰਧ ਸੀ, ਨਹੀਂ ਸੀ ਜਾ ਸਕਦਾ, ਅਤੇ ਫਿਰ ਕਹਿਣ ਲੱਗਾ ਕਿ ਚਲਿਆ ਤੇ ਜਾਵਾਂ ਜੇ ਤੁਹਾਡੇ ਮੇਰੇ 'ਚ ਵੀ ਤੁਹਾਡੇ ਵਰਗਾ ਜੋਸ਼ ਹੋਵੇ, ਤੁਹਾਡੇ ਵਰਗਾ ਦਮਖਮ ਹੋਵੇ। ਮਤਲਬ ਸਰੀਰ ਦੇ ਬਿਰਧ ਹੋਣ ਨੇ ਅਜੇ ਵੀ ਅਸਲੀਅਤ ਦੇ ਨੇੜੇ ਨਹੀਂ ਲਿਆਂਦਾ। ਅੱਖਾਂ ਦੇ ਮੁੱਕ ਗਏ ਬਲ ਨੇ, ਕੰਨਾਂ ਦੇ ਮੁੱਕ ਗਈ ਸ਼ਰਵਣ ਸ਼ਕਤੀ ਨੇ, ਅਜੇ ਤੱਕ ਅਸਲੀਅਤ ਦੇ ਨੇੜੇ ਨਹੀਂ ਲਿਆਂਦਾ। ਅਜੇ ਵੀ ਅਸਲੀਅਤ ਦੂਰ ਹੈ ਅਤੇ ਦੁਬਾਰਾ ਬਲ ਦੀ ਮੰਗ ਕਰ ਰਿਹਾ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸ਼ੱਕਰ ਹੋਈ ਵਿਸ। ਹੁਣ ਇਹ ਅਨੁਭਵ ਉਹਨਾਂ ਦਾ ਜਿਨ੍ਹਾਂ ਨੇ ਜੀਵਨ ਨੂੰ ਵਾਚਿਆ। ਜਿਨ੍ਹਾਂ ਨੇ ਜੀਵਨ ਨੂੰ ਵਾਚਿਆ ਹੀ ਨਹੀਂ, ਉਹ ਤਾਂ ਆਪਣੀ ਜਵਾਨੀ ਦੇ ਮਾੜੇ ਕਰਮਾਂ ਨੂੰ ਵੀ ਆਪਣੀਆਂ ਪ੍ਰਾਪਤੀਆਂ ਵਾਂਗ ਗਣਾਉਂਦੇ ਨੇ ਬਿਰਧ ਅਵਸਥਾ ਦੇ ਵਿੱਚ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੱਕਰ ਹੋਈ ਵਿਸ। ਇਸ ਕਰਕੇ ਇਹਦੇ ਵਿੱਚ ਇੱਕ ਵੱਡਾ ਅਧਿਆਤਮ ਦਾ ਨੇਮ ਸਮਝਣਾ ਚਾਹੀਦਾ ਹੈ ਕਿ ਸਾਡੇ ਜੀਵਨ ਦੀ ਜਿਹੜੀ ਅਧਿਆਤਮਿਕ ਪ੍ਰਾਪਤੀ ਜਾਂ ਅਧਿਆਤਮਿਕ ਸਾਧਨਾ ਹੈ, ਉਹਦੀਆਂ ਕੁਝ ਅਵਸਥਾਵਾਂ ਨੇ ਅਤੇ ਕੁਝ ਹੀ ਉਹਦੀ ਵਿਸ਼ੇਸ਼ ਕਿਸਮ ਦੀ ਸਾਧਨਾ ਹੈ। ਉਦਾਹਰਨ ਦੇ ਤੌਰ 'ਤੇ ਜਿਸ ਪੱਧਰ 'ਤੇ ਜੀਵਨ 'ਚ ਮੈਲ ਦਾਖਲ ਹੋਣੀ ਹੁੰਦੀ ਹੈ, ਸਭ ਤੋਂ ਜ਼ਿਆਦਾ ਮੈਲ ਦਾਖਲ ਹੁੰਦੀ ਹੈ ਜੋਬਨ ਅਵਸਥਾ ਦੇ ਵਿੱਚ, ਦੇਖਣ ਕਰਕੇ, ਸੁਣਨ ਕਰਕੇ, ਸਪਰਸ਼ ਕਰਨ ਕਰਕੇ। ਹੁਣ ਜਦੋਂ ਇਸ ਪੱਧਰ 'ਤੇ ਮੈਲ ਸ਼ਾਮਲ ਹੋਣੀ ਹੈ, ਜੀਵਨ ਦੇ ਅੰਦਰ ਦਾਖਲ ਹੋਣੀ ਹੈ, ਜੇ ਤਾਂ ਉਦੋਂ ਸੁਚੇਤ ਹੋ ਜਾਏ ਤਾਂ ਚੀਜ਼ਾਂ ਠੀਕ ਠੀਕ ਨਜ਼ਰ ਆਉਣਗੀਆਂ। ਠੀਕ ਠੀਕ ਜਿਹੜੇ ਵਿਕਾਰਾਂ ਦੇ ਰਸ ਉਹ ਭਰਮਾਊ ਸਥਿਤੀ ਨਹੀਂ ਪੈਦਾ ਕਰਨਗੇ, ਬੰਦਾ ਥੋੜ੍ਹਾ ਨਿਰਲੇਪ ਰਹੇਗਾ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇਸ ਗੱਲ ਨੂੰ ਨਹੀਂ ਵਾਚਿਆ, ਉਹ ਇਹਦੇ ਮਗਰ ਚੱਲੇ ਗਏ ਅਤੇ ਸ਼ੱਕਰ ਹੋਈ ਵਿਸ। ਜਿਹੜੇ ਆਪਣੇ ਕਰਮ ਇੰਦਰੀਆਂ, ਗਿਆਨ ਇੰਦਰੀਆਂ ਦੇ ਨਾਲ ਵਿਕਾਰਾਂ ਦੇ ਸਵਾਦ ਭੋਗਦੇ ਸਨ, ਕਹਿੰਦੇ ਸ਼ੱਕਰ ਹੋਈ ਵਿਸ, ਉਹ ਹੁਣ ਜ਼ਹਿਰ ਵਰਗੀ ਹੋ ਗਈ। ਇਕੱਲੀ ਵਿਕਾਰਾਂ ਦੇ ਪੱਧਰ ਦੀ ਗੱਲ ਨਹੀਂ, ਸਰੀਰਕ ਪੱਧਰ ਦਾ ਹੋਰ ਵੀ ਬੜਾ ਕੁਝ ਢਲ ਜਾਂਦਾ ਹੈ। ਇਸ ਕਰਕੇ ਜਿਵੇਂ ਖਾਣ ਪੀਣ, ਪਾਚਨ ਕਿਰਿਆ ਬੰਦੇ ਦੀ ਜਿਹੜੀ ਅਸਤ ਵਿਅਸਤ ਹੋ ਜਾਂਦੀ ਹੈ ਬਿਰਧ ਅਵਸਥਾ ਤੱਕ ਜਾਂਦਿਆਂ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਪਦਾਰਥਾਂ ਦੇ ਜ਼ੁਬਾਨ ਦੇ ਨਾਲ ਸਵਾਦ ਲਗਾਉਂਦਾ ਸੀ, ਹੁਣ ਜਦੋਂ ਦੇਹ ਦਾ ਬਲ ਮੱਧਮ ਪੈ ਗਿਆ ਅਤੇ ਹੁਣ ਇਸ ਨੂੰ ਜ਼ਹਿਰ ਵਰਗੇ ਲੱਗਦੇ ਹਨ। ਪਰ ਇਹਦੀ ਵਰਤੋਂ 'ਤੇ ਹੈ। ਇੱਕ ਨੁਕਤਾ ਇਹਦੇ ਵਿੱਚ ਇਹ ਵੀ ਅਰਜ਼ ਕਰਦਿਆਂ ਕਿ ਇਹਦੀ ਵਰਤੋਂ 'ਤੇ ਹੈ। ਹੁਣ ਇੱਕ ਗੁੜ ਪਦਾਰਥ ਹੈ, ਗੁੜ ਰੂਪ ਪਦਾਰਥ ਹੈ ਕਿਸੇ ਆਯੁਰਵੈਦ ਦੇ ਆਚਾਰਿਆ ਕੋਲ, ਉਹਦੇ ਕੋਲੋਂ ਕਿਸੇ ਉੱਤਮ ਔਸ਼ਧੀ ਦਾ ਨਿਰਮਾਣ ਕਰ ਲੈਂਦਾ, ਦਵਾ ਦਾ ਨਿਰਮਾਣ ਕਰ ਲੈਂਦਾ। ਇੱਕ ਗੁੜ ਹੈ ਕਿਸੇ ਕਲਾਲ ਦੇ ਕੋਲ, ਸ਼ਰਾਬ ਕੱਢਣ ਵਾਲੇ, ਵੇਚਣ ਵਾਲੇ ਨੂੰ ਕਲਾਲ ਕਿਹਾ ਜਾਂਦਾ। ਇੱਕ ਹੈ ਗੁੜ ਕਲਾਲ ਦੇ ਕੋਲ, ਉਹਦੇ ਤੋਂ ਉਹ ਸ਼ੈਤਾਨੀ ਪਦਾਰਥ ਦਾ ਨਿਰਮਾਣ ਕਰੇਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦ੍ਰਿਸ਼ਟੀ ਦਾ ਪ੍ਰਯੋਗ ਹੈ, ਵਰਤੋਂ ਦਾ ਫਰਕ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੱਕਰ ਹੋਈ ਵਿਸ। ਹੁਣ ਜਿਵੇਂ ਪ੍ਰਯੋਗ ਕੀਤਾ ਹੈ, ਸਾਰਿਆਂ ਕੋਲੋਂ ਨੇਤਰਾਂ ਦੇ ਦੇਖਣ ਦਾ, ਸੁਣਨ ਦਾ, ਸ਼ਰਵਣ ਦਾ, ਸਪਰਸ਼ ਕਰਨ ਦਾ ਇੱਕੋ ਜਿਹਾ ਪੱਧਰ ਮੌਜੂਦ ਸੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੈ ਤਾਂ ਇਹ ਠੀਕ ਜਿਵੇਂ ਵੀ ਸੀ, ਪਰ ਇਹਦੀ ਵਰਤੋਂ ਦੇ ਪ੍ਰਯੋਗ ਨੇ ਇਹਨੂੰ ਸ਼ੱਕਰ ਨੂੰ ਵਿਸ ਵਿੱਚ ਪ੍ਰਤੀਤ ਕਰਵਾ ਦਿੱਤਾ ਹੈ। ਇਸ ਕਰਕੇ ਸੂਫੀ ਸਾਧਕਾਂ ਨੇ ਇਹ ਅਨੁਭਵ ਰੱਖਿਆ ਹੈ ਕਿ ਬੁਢਾਪਾ ਵੀ ਬੜੇ ਕੰਮ ਦੀ ਚੀਜ਼ ਹੈ ਜੇ ਬੰਦੇ ਨੂੰ ਵਾਚਣਾ ਆ ਜਾਏ। ਜਿਵੇਂ ਹੁਣ ਕਈ ਦਫਾ ਅਸੀਂ ਆਖਦੇ ਨੇ ਕਿ ਗਲਤੀ ਦਾ ਪਛਤਾਤਾਪ ਕਰ ਲਈਏ ਅਤੇ ਗਲਤੀ ਤੋਂ, ਭਾਰ ਤੋਂ, ਉਹਦੀ ਸਜ਼ਾ ਤੋਂ ਮੁਕਤ ਹੋ ਜਾਈਦਾ। ਉਹ ਕਹਿੰਦੇ ਬੁਢਾਪਾ ਇੱਕ ਅਜਿਹੀ ਅਵਸਥਾ ਹੈ ਜਿਹੜਾ ਤੁਹਾਨੂੰ ਜੀਵਨ ਦੇ ਚਿੰਤਨ ਪੱਖ ਦੇ ਬੜਾ ਨੇੜੇ ਲੈ ਜਾਂਦਾ ਹੈ, ਕਿਉਂਕਿ ਹੁਣ ਜੀਵਨ ਦੇ ਵਿੱਚ ਕੋਈ ਦੌੜ ਨਹੀਂ ਰਹੇਗੀ। ਜਦੋਂ ਸਰੀਰ ਦਾ ਬਲ ਹੀ ਨਹੀਂ ਰਿਹਾ, ਜੀਵਨ ਦੇ ਟੀਚੇ ਵੀ ਪੂਰੇ ਕਰ ਲਏ, ਦੌੜ ਨਹੀਂ ਰਹੇਗੀ,
ਤਾਂ ਕੁਦਰਤੀ ਆਪਣੇ ਜੀਵਨ ਨੂੰ ਵਾਚਣਾ ਸ਼ੁਰੂ ਕਰੋ। ਇਸ ਕਰਕੇ ਬਾਣੀ ਦੇ ਅੰਤਰਗਤ ਵਾਕ ਹਨ, ਥਾਕੇ ਨੈਣ ਸ਼ਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕਸ ਮਾਇਆ। ਵਾਸਨਾ ਨਹੀਂ ਥੱਕੀ ਕਾ, ਗਿਆਨ ਇੰਦਰੇ ਕਰਮ ਇੰਦਰੇ ਥੱਕ ਗਏ ਨੇ, ਦੇਖਣ ਦੀ ਚਾਹਤ ਨਹੀਂ ਮਰੀ, ਨੇਤਰਾਂ ਦੀ ਰੌਸ਼ਨੀ ਮੱਧਮ ਪੈ ਗਈ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ੱਕਰ ਹੋਈ ਵਿਸ। ਹੁਣ ਇਸ ਜੀਵਨ ਦਾ ਅਨੁਭਵ ਕੀ ਹੈ ਕਿ ਇਹ ਸ਼ੱਕਰ ਇਹਦੇ ਲਈ ਜ਼ਹਿਰ ਪ੍ਰਤੀਤ ਹੋਣ ਲੱਗ ਪਈ ਹੈ। ਕਾਰਨ ਕੀ ਹੈ ਕਿ ਇਸ ਮਾਲਕ ਨੇ ਥੋੜ੍ਹਾ ਅਸਲੀਅਤ ਦੇ ਨੇੜੇ ਲਿਆਂਦਾ, ਪਰ ਅਸਲੀਅਤ ਆਉਣ ਦੇ ਨੇੜੇ ਆਉਣ ਦੇ ਲਈ ਰਾਜੀ ਨਹੀਂ ਹੈ। ਮਨ ਅਜੇ ਵੀ ਕਿਸੇ ਹੋਰ ਤਰ੍ਹਾਂ ਦੇ ਖਿਆਲ ਲੈਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈਂ ਬਾਝੋ, ਆਪਣੇ ਇੱਕ ਉਹਦਾ ਪੱਖ ਹੋਰ ਜ਼ਿਕਰ ਕਰਦੇ ਹੋ, ਏਕ ਨਾ ਥਾਕ ਸਮਾਇਆ। ਹੁਣ ਅਧਿਆਤਮਿਕ ਪੁਰਖਾਂ ਨੇ ਇੱਕ ਅਨੁਭਵ ਰੱਖਿਆ ਸਾਡੇ ਸਨਮੁਖ ਕਿ ਮਨੁੱਖ ਹੁੰਦਿਆਂ ਹੋਇਆਂ ਵੀ ਪਸ਼ੂ ਜੂਨੀਆਂ ਵਿੱਚ ਭਰਮਦਾ ਰਹਿੰਦਾ। ਮਨੁੱਖ ਹੁੰਦਿਆਂ ਵੀ ਪਸ਼ੂ ਜੋਨੀਆਂ ਦੇ ਵਰਤਾਵ ਭਾਵ ਦੇ ਵਿੱਚ ਭਰਮਦਾ ਰਹਿੰਦਾ ਹੈ। ਜਿਵੇਂ ਕਾਮ ਦਾ ਭਾਵ ਸਵਾਰ ਹੋ ਜਾਂਦਾ ਹੈ, ਜਿਵੇਂ ਹਾਥੀ ਕਾਮ ਦੇ ਵਿੱਚ ਅੰਧਾ ਹੋ ਜਾਂਦਾ ਅਤੇ ਜੰਗਲ ਵੀ ਉਜਾੜ ਦਿੰਦਾ। ਜਿਹੜੇ ਸ਼ੱਕਰ ਵਰਗੀ ਜਦ ਵਿਕਾਰਾਂ ਦਾ ਸਵਾਦ ਜਦ ਲੱਗਦਾ ਹੈ ਤਾਂ ਮਨੁੱਖ ਹਾਥੀ ਵਰਗਾ ਹੋ ਜਾਂਦਾ ਹੈ। ਸਮਾਜ ਦੀ ਮਰਿਆਦਾ, ਗ੍ਰਸਤ ਦੀ ਮਰਿਆਦਾ, ਆਪਣੇ ਜੀਵਨ ਦੀ ਪਵਿੱਤਰਤਾ ਦਾ ਜਬਤ, ਧਰਮ ਦੇ ਕੁਝ ਕਾਇਦੇ ਕਾਨੂੰਨ, ਇਹਨਾਂ ਕਿਸੇ ਦੀ ਬੇਪਰਵਾਹੀ ਨਹੀਂ ਕਰਦਾ। ਇਹਨਾਂ ਸਾਰਿਆਂ ਨੂੰ ਉਜਾੜ ਕੇ ਪਰਗ੍ਰਹਿ ਵੱਲ ਰੁਚਿਤ ਹੋ ਜਾਂਦਾ ਹੈ। ਇਸ ਕਰਕੇ ਅਧਿਆਤਮਿਕ ਪੁਰਖਾਂ ਦਾ ਕਹਿਣਾ ਕਿ ਕਾਮ ਦੇ ਹੇਤ, ਕਾਮ ਦੇ ਅਧੀਨ ਹੋਇਆ ਵਿਕਾਰੀ ਪੁਰਖ ਇੱਕ ਹਾਥੀ ਵਾਂਗ ਹੁੰਦਾ, ਚਾਹੇ ਉਹ ਇਸਤਰੀ ਚਾਹੇ ਮਰਦ। ਉਸ ਤੋਂ ਅੱਗੇ ਜਦ ਮਨੁੱਖ ਦੇ ਉੱਪਰ ਲੋਭ ਸਵਾਰ ਹੋ ਜਾਂਦਾ, ਕੂਕਰ ਵਾਂਗ ਹੈ। ਇੱਕ ਕੂਕਰ ਹੱਡੀ ਦੀ ਪ੍ਰਾਪਤੀ ਦੇ ਲਈ ਪਤਾ ਨਹੀਂ ਕਿੰਨੇ ਹੱਡਾ ਰੋੜੀ ਗਾਹ ਮਾਰਦਾ ਹੈ, ਜਾਂ ਉਹਦੀ ਲੋਭ ਦੇ ਤਹਿਤ ਬਣੀ ਹੋਈ ਵਾਸਨਾ ਕਿੰਨੀ ਵਾਰ ਉਹਨੂੰ ਭਟਕਾਉਂਦੀ ਹੈ। ਜੀਵਨ ਦੇ ਵਿੱਚ ਬੜਾ ਕੁਝ ਪ੍ਰਾਪਤ ਹੋ ਜਾਣ ਦੇ ਬਾਵਜੂਦ ਵੀ, ਸੰਪੰਨਤਾ ਦੇ ਨਾਲ ਜੀਵਨ ਚੱਲਣ ਦੇ ਬਾਵਜੂਦ ਵੀ ਲੋਭ ਕਰਕੇ ਜੀਵਨ 'ਚ ਵਾਸਨਾ ਬਣੀ ਰਹਿੰਦੀ ਹੈ ਅਤੇ ਮਨੁੱਖ ਹੁੰਦਿਆਂ ਹੋਇਆਂ ਵੀ ਕੂਕਰ ਦੀ ਜੋਨ ਭੋਗਦਾ ਹੈ। ਦੇਖਣ ਚਾਹੁੰਦਾ ਆਪ ਜੀ ਇਸ ਬਾਰੇ ਵਧੇਰੇ ਜਾਣਦੇ ਹੋਵੋਗੇ ਕਿ ਜੀਵਨ 'ਚ ਸੰਪੰਨਤਾ ਹੈ ਪਰ ਅਜੇ ਵੀ ਆਰਾਮ ਨਹੀਂ ਹੈ। ਰਾਤ ਨੂੰ ਬਿਸਤਰ 'ਤੇ ਵੀ ਲੇਟ ਜਾਂਦਾ, ਸਵੇਰੇ ਬਿਸਤਰ 'ਚ ਟਾਈਮ ਨਾਲ ਹੀ ਨਿਕਲ ਆਉਂਦਾ। ਕਾਰਨ ਕੀ ਹੈ? ਲੋਭ ਦੀ ਵਾਸਨਾ ਲੱਗੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜਾ ਕਮਾਲ ਦਾ ਵਾਕ ਆਖੇ ਹਨ, ਮਾਇਆ ਕਾਰਨ ਤਾਵਹੀ। ਤਾਵਹੀ ਦਾ ਮਤਲਬ ਕੀ ਹੈ? ਹੁਣ ਆਹ ਸ਼ਿਕਾਰੀ ਜਿਹੜੇ ਸਨ ਕਈ ਵਾਰੀ ਸਵੇਰ ਵੇਲੇ ਚੱਲਦੇ ਸਨ, ਉਹ ਮੁਰਗਾਬੀਆਂ ਆਦਿਕ ਪਕੜਨ ਦੇ ਲਈ। ਉਹਨੂੰ ਪਤਾ ਸਵੇਰੇ ਵੇਲੇ ਉੱਠਦੀਆਂ ਨੇ, ਛੱਪੜਾਂ ਦੇ ਵਿੱਚੋਂ ਅਟਕੇਲੀਆਂ ਕਰਦੀਆਂ ਨੇ। ਤਾਂ ਇਸੇ ਤਰ੍ਹਾਂ ਕਹਿੰਦੇ ਜਦ ਜੀਵ ਹੰਕਾਰ ਦੇ ਸਹਿਤ ਹੋ ਜਾਂਦਾ ਹੈ, ਫਿਰ ਇਹ ਸ਼ੇਰ ਵਾਂਗ ਹੋ ਜਾਂਦਾ ਹੈ। ਦੂਸਰੇ ਦੇ ਜੀਵਨ ਨੂੰ ਦਬਾਉਣਾ, ਦੂਜੇ ਦੇ ਜੀਵਨ ਨੂੰ ਖਤਮ ਕਰਨ 'ਚ ਆਪਣੀ ਪ੍ਰਾਪਤੀ ਸਮਝਦਾ। ਤਾਂ ਇਸ ਕਰਕੇ ਕਹਿੰਦੇ ਮਨੁੱਖ ਹੁੰਦਿਆਂ ਵੀ ਪਸ਼ੂ ਜੋਨੀਆਂ ਦੇ ਵਿੱਚ ਭਰਮਦਾ ਹੈ, ਫਿਰ ਮੋਹ ਕਰਕੇ ਬਾਂਦਰ ਵਾਂਗ ਹੋ ਜਾਂਦਾ। ਹੁਣ ਕੁਦਰਤੀ ਹੈ, ਬਾਂਦਰ ਨੂੰ ਉਹ ਫੁੱਲੀਆਂ ਦਾ ਲਾਲਚ ਸਤਾਉਂਦਾ ਹੈ, ਪਰ ਉਹਨਾਂ ਨੇ ਜਕੜਨ ਦੇ ਲਈ ਉਹ ਸ਼ਿਕੰਜਾ ਜਿਹਾ ਬਣਾਇਆ ਹੁੰਦਾ ਹੈ। ਜਦ ਫੁੱਲੀਆਂ ਦੇ ਨਾਲ, ਖਿੱਲਾਂ ਦੇ ਨਾਲ ਆਪਣੀ ਮੁੱਠ ਜਿਹੀ ਭਰ ਲੈਂਦਾ ਹੈ, ਬਾਹਰ ਕੱਢਣ ਲੱਗਦਾ, ਉਹ ਗੁੱਟ ਪੀਚਿਆ ਜਾਂਦਾ, ਨਿਕਲਦਾ ਹੈ ਨਹੀਂ, ਅਤੇ ਬਾਅਦ ਦੇ ਵਿੱਚ ਮਦਾਰੀ ਦੇ ਡੰਡੇ ਸਹਿੰਦਾ ਹੈ। ਤਾਂ ਇਸ ਕਰਕੇ ਅਧਿਆਤਮਿਕ ਪੁਰਖਾਂ ਨੇ ਕਿਹਾ ਕਿ ਮਨੁੱਖ ਹੁੰਦਿਆਂ ਹੋਇਆਂ ਵੀ ਪਸ਼ੂ ਦੀ ਜੋਨ ਜਿਉਂਦਾ ਹੈ। ਕਾਰਨ ਕੀ ਹੈ ਕਿ ਇਹਨੂੰ ਆਪਣੇ ਜੀਵਨ ਦਾ ਗਿਆਨ ਅਨੁਭਵ ਨਹੀਂ, ਕਿ ਤੈਨੂੰ ਮਾਲਕ ਨੇ ਆਕਾਰ ਜੀ ਵੇਖੋ। ਹੁਣ ਜੇ ਅਸੀਂ ਕੁਝ ਕਿਰਿਆਵਾਂ ਦੇ ਤਹਿਤ ਹੋਰ ਜੋਨਾਂ ਨੂੰ ਆਪਣੇ ਨਾਲ ਵਾਚ ਲਈਏ, ਜਿੰਨੇ ਜਾਨਵਰ ਨੇ ਲਗਭਗ, ਕੁਝ ਜਾਨਵਰਾਂ ਨੂੰ ਛੱਡ ਕੇ ਸਾਰੇ ਜਾਨਵਰ ਸਾਡੇ ਤੋਂ ਤੇਜ਼ ਭੱਜ ਸਕਦੇ ਨੇ, ਪੰਛੀ ਸਾਡੇ ਉੱਡ ਸਕਦੇ ਨੇ, ਸੁੰਦਰਤਾ ਦੇ ਵਿੱਚ ਕਈਆਂ ਦਾ ਗੁਣ ਵੱਧ ਹੈ, ਬੰਦੇ ਨਾਲੋਂ ਭਾਰ ਵੱਧ ਜਾਨਵਰ ਢੋ ਸਕਦੇ ਨੇ। ਬੜੀਆਂ ਕਿਰਿਆਵਾਂ 'ਚ ਜਾਨਵਰ ਸਾਡੇ ਤੋਂ ਅੱਗੇ ਨੇ, ਸੁੰਦਰਤਾ ਦੇ ਵਿੱਚ ਵੀ ਸਾਡੇ ਤੋਂ ਅੱਗੇ ਨੇ, ਜਿਹੜੀ ਉੱਦਮ ਹੈ ਉਹਦੇ ਵਿੱਚ ਵੀ ਸਾਡੇ ਤੋਂ ਅੱਗੇ ਨੇ। ਪਰ ਸਾਨੂੰ ਕੁਦਰਤ ਨੇ ਇੱਕ ਸੰਪੂਰਨ ਆਕਾਰ ਦਿੱਤਾ ਹੈ। ਹੁਣ ਕੁਦਰਤੀ ਹੈ, ਸਾਡੇ ਅੰਦਰ ਕੋਈ ਦਰਦ ਹੈ, ਸਰੀਰਕ ਦਰਦ ਹੈ, ਹੋਰ ਕੁਝ ਨਹੀਂ ਤਾਂ ਘੱਟੋ ਘੱਟ ਅਸੀਂ ਸੰਕੇਤ ਹੀ ਐਸੇ ਕਰ ਸਕਦੇ ਹਾਂ ਜਿਹਦੇ ਨਾਲ ਇੱਕ ਮਾਨਵ ਨੂੰ ਸਮਝ ਆ ਜਾਂਦੀ ਹੈ ਕਿ ਇਸ ਬੰਦੇ ਦੇ ਸਰੀਰ ਦੇ ਇਸ ਹਿੱਸੇ ਵਿੱਚ ਦਰਦ ਹੈ, ਪੀੜ ਹੈ। ਸਾਨੂੰ ਮਾਲਕ ਨੇ ਇੱਕ ਪਸ਼ੂ ਆਕਾਰਾਂ ਤੋਂ ਜਿਹੜੇ ਰੁਕੇ ਹੋਏ ਆਕਾਰ ਨੇ, ਉਹਨਾਂ ਦੀ ਸੀਮਾ 'ਚੋਂ ਕੱਢ ਕੇ ਮਨੁੱਖ ਦੀ ਜੂਨ ਵਿੱਚ ਲਿਆ ਕੇ, ਚਾਹੇ ਉਹ ਇਸਤਰੀ ਚਾਹੇ ਪੁਰਸ਼ ਹੈ, ਇੱਕ ਸੰਪੂਰਨਤਾ ਦਾ ਪੜਾਅ ਦਿੱਤਾ, ਇੱਥੇ ਖਿਲਾਰ ਦਿੱਤਾ ਹੈ।
ਤੇ ਕੱਲਾ ਇੱਥੇ ਆਕਾਰ ਦੇ ਕੇ ਨਹੀਂ ਖਿਲਾਰਿਆ, ਉੱਤਮ ਬੁੱਧੀ ਵੀ ਦਿੱਤੀ ਹੈ, ਠੀਕ ਸਮਝ ਵੀ ਦਿੱਤੀ ਹੈ, ਗਿਆਨ ਅਨੁਭਵ ਵੀ ਦਿੱਤਾ ਹੈ, ਤੇ ਗੁਰੂ ਉਪਦੇਸ਼ ਰੂਪ ਦੇ ਵਿੱਚ ਇੱਕ ਪ੍ਰਕਾਸ਼ ਵੀ ਮੌਜੂਦ ਕਰਾਇਆ। ਪਰ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਮਨੁੱਖ ਦੇ ਜੀਵਨ ਦੀ ਤੋਰ ਭਟਕੀ ਰਹਿੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਦਾ ਭਾਵ ਇਹ ਹੈ, ਸ਼ੱਕਰ ਹੋਈ ਵਿਸ, ਕਿਉਂਕਿ ਆਪਣੇ ਜੀਵਨ ਨੂੰ ਤੂੰ ਮਨੁੱਖ ਦੇ ਤਲ 'ਤੇ ਜਿਉਂ ਹੀ ਨਹੀਂ ਰਿਹਾ। ਤੂੰ ਤਾਂ ਪਸ਼ੂ ਦੇ ਤਲ 'ਤੇ ਜਿਉਂ ਰਿਹਾ, ਅਤੇ ਹੁਣ ਪਸ਼ੂ ਦੇ ਤਲ 'ਤੇ ਜਿਉਂ ਰਿਹਾ। ਜਿਸ ਦਿਨ ਚਿੰਤਨ ਪੈਦਾ ਹੋਇਆ ਉਹ ਦਿਨ ਆਪਣੇ ਜੀਵਨ ਦੇ ਵਿੱਚ ਘਬਰਾਏਂਗਾ। ਮੈਂ ਆਪਣੇ ਜੀਵਨ ਦਾ ਇੱਕ ਨਿੱਜ ਅਨੁਭਵ ਆਪਣੇ ਸਨਮੁਖ ਰੱਖਦਾ। ਮੇਰੇ ਇੱਕ ਸਰਕਲ ਦੇ ਵਿੱਚ ਇੱਕ ਐਸੇ ਬਿਰਧ ਨੇ, ਲਗਭਗ 90 ਸਾਲ ਦੇ ਕਰੀਬ ਹੁਣ ਹੋਣਗੇ। ਇੱਕ ਦਫਾ ਉਹਨਾਂ ਨੇ ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਚੱਲੀ, ਅਤੇ ਸਲੋਕ ਸੀ ਇਹ, ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਉਹਨੇ ਆਪਣੇ ਬਿਠਾ ਕੇ ਜੀਵਨ ਦੇ ਕੋਈ 20-22 ਵੱਡੇ ਤਜਰਬੇ ਦੱਸੇ ਘਟਨਾਵਾਂ ਦੇ ਰੂਪ ਵਿੱਚ। ਉਹਦੇ ਸਾਰੇ ਤਜਰਬੇ ਨੂੰ ਸੁਣਨ ਤੋਂ ਬਾਅਦ ਇਹ ਅਨੁਭਵ ਹੋਇਆ ਕਿ ਜਿੰਨਾ ਜ਼ਿਆਦਾ ਬੰਦੇ ਦੀ ਗਫਲਤ ਜਵਾਨੀ 'ਚ ਹੁੰਦੀ ਹੈ, ਓਨਾ ਜ਼ਿਆਦਾ ਉਹਦਾ ਬੁਢਾਪਾ ਤਰਸਦਾਇਕ ਹੋਏਗਾ। ਉਹਨੇ ਆਪਣੇ ਅੰਤਰ ਦਾ ਇਕਬਾਲ ਕੀਤਾ ਕਿ ਠੀਕ ਹੈ ਕਿ ਮੇਰੇ 'ਚ ਅੱਜ ਚੱਲਣ ਦੀ ਜ਼ਰੂਰਤ ਨਹੀਂ ਹੈ, ਪਰ ਮੇਰਾ ਮਨ ਅੱਜ ਵੀ ਉੱਡੂ ਕਰਦਾ। ਉਹਨੇ ਆਪਣਾ ਸੱਚ ਦੱਸਿਆ। ਵੱਡੀ ਗੱਲ ਹੈ, ਬੰਦਾ ਨੌਜਵਾਨੀ 'ਚ ਵੀ ਆਪਣਾ ਅੰਦਰ ਕਿਸੇ ਨਾਲ ਸਾਂਝਾ ਕਰ ਲੈਂਦਾ। ਬਚਪਨ 'ਚ ਤਾਂ ਕੁਦਰਤੀ ਮਾਤਾ ਨਾਲ ਕਰਨਾ ਹੀ ਹੈ ਕਿ ਮੈਂ ਕਿਵੇਂ ਸੋਚਦਾ ਜਾਂ ਮੈਨੂੰ ਕੀ ਲੱਗਦਾ ਹੈ। ਜਵਾਨੀ 'ਚ ਵੀ ਕਰ ਲੈਂਦਾ ਆਪਣੇ ਦੋਸਤਾਂ ਦੇ ਨਾਲ। ਹੈਰਾਨਗੀ ਦੀ ਗੱਲ ਹੈ, ਬੁਢਾਪੇ 'ਚ ਕਿਸੇ ਸਾਹਮਣੇ ਇਕਬਾਲ ਨਹੀਂ ਕਰਦਾ। ਜੀਵਨ ਦੀ ਤਰਜ ਬਿਆਨ ਕਰ ਰਹੀ ਹੁੰਦੀ ਹੈ ਕਿ ਇਹ ਵਾਸ਼ਨਾ ਦੇ ਅੰਤਰਗਤ ਬੁੱਢਾ ਹੋਇਆ ਹੈ, ਪਰ ਇਕਬਾਲ ਨਹੀਂ ਕਰੇਗਾ, ਸਗੋਂ ਸਫਾਈਆਂ ਦੇਵੇਗਾ, ਚਤੁਰਾਈਆਂ ਘੜੇਗਾ। ਇਸ ਕਰਕੇ ਦੁਨੀਆ ਦੀ ਰਾਜਨੀਤੀ ਦੇ ਵਿੱਚ ਬੁੱਢੇ ਭਾਰੂ ਨੇ। ਕਿਉਂਕਿ ਇਹਨਾਂ ਕੋਲ ਚਲਾਕੀ ਜ਼ਿਆਦਾ ਹੈ, ਕਪਟ ਜ਼ਿਆਦਾ ਹੈ, ਬੇਈਮਾਨੀ ਜ਼ਿਆਦਾ ਹੈ। ਨੌਜਵਾਨ ਕੋ ਕੇਵਲ ਜੋਸ਼ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸ਼ੱਕਰ ਹੋਈ ਵਿਸ। ਅਤੇ ਜੇ ਇਸ ਗੱਲ ਨੂੰ ਬੰਦਾ ਇਕਬਾਲ ਕਰ ਲਵੇ, ਪਰ ਇਕਬਾਲ ਕਰੇ ਕਿਵੇਂ? ਆਪਣੇ ਹਰੇਕ ਕਰਮ ਨੂੰ ਤਾਂ ਠੀਕ ਮੰਨ ਕੇ ਚੱਲ ਰਿਹਾ ਹੈ, ਆਪਣੇ ਦੇਖਣ ਨੂੰ ਵੀ ਠੀਕ ਮੰਨ ਕੇ ਚੱਲ ਰਿਹਾ ਹੈ, ਆਪਣੇ ਹਰੇਕ ਗਲਤ ਕੰਮ ਨੂੰ ਆਪਣੀ ਇੱਕ ਦਲੀਲ ਦੇ ਨਾਲ ਜਸਟੀਫਾਈ ਕਰੀ ਜਾ ਰਿਹਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਵੀ ਉਹਨਾਂ ਨੇ ਵੱਡਾ ਅਨੁਭਵ ਰੱਖਿਆ ਹੈ ਕਿ ਸਾਈਂ ਬਾਝੋਂ ਆਪਣੇ ਵੇਦਣ ਕਹੀਐ ਕਿਸ। ਹੁਣ ਕੁਦਰਤੀ ਹੈ, ਬੰਦਾ ਬੁਢਾਪੇ ਦੇ ਵਿੱਚ ਆਪਣਾ ਅੰਦਰ ਜੋ ਵੀ ਹੈ ਕਿਸੇ ਦੇ ਨਾਲ ਨਹੀਂ ਸਾਂਝਾ ਕਰ ਸਕਦਾ, ਦੁਨੀਆ ਨਾਲ ਕਰੇਗਾ। ਦੁਨੀਆ ਹੋ ਸਕਦਾ ਹੈ ਉਹਦੀ ਕਿਰਦਾਰ ਕੁਸ਼ੀ ਕਰੇ, ਕਿਸੇ ਹੋਰ ਦੇ ਨਾਲ ਕਰੇਗਾ, ਹੋ ਸਕਦਾ ਉਹਨੂੰ ਮਾੜਾ ਸਮਝਣ ਲੱਗ ਪਏ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈਂ ਬਾਝੋਂ। ਹੁਣ ਪਤਨੀ ਨਾਲ, ਪੁੱਤਰ ਦੇ ਨਾਲ, ਦੋਸਤਾਂ ਨਾਲ ਵੀ ਸਾਂਝਾ ਨਹੀਂ ਕਰ ਸਕਦਾ, ਅਤੇ ਕਿਹਦੇ ਨਾਲ ਕਰੇ ਕਿ ਮੈਨੂੰ ਇਹ ਪਦਾਰਥ ਜਿਹੜੇ ਸ਼ੱਕਰ ਵਰਗੇ ਵਿਸ ਲੱਗਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈਂ ਬਾਝੋਂ। ਆਪਣੇ ਮਾਲਕ ਤੋਂ ਬਿਨਾਂ ਕਿਸੇ ਹੋਰ ਦੇ ਨਾਲ ਇਹ ਪੀੜ ਨਾ ਤਾਂ ਕਹੀ ਜਾ ਸਕਦੀ ਹੈ, ਅਤੇ ਨਾ ਠੀਕ ਢੰਗ ਦੇ ਨਾਲ ਸੁਣਾਈ ਜਾ ਸਕਦੀ ਹੈ, ਕਿਉਂਕਿ ਦੂਜੇ ਅੰਤਰਜਾਮੀ ਨਹੀਂ ਹਨ। ਹੁਣ ਜਿਵੇਂ ਦੁਨੀਆ ਦੇ ਵਿੱਚ ਬੰਦੇ ਇੱਕ ਦੂਜੇ ਨੂੰ ਆਪਣਾ ਦੁੱਖ ਸੁਣਾਉਂਦੇ ਹਨ, ਸੁਣਾਉਣ ਵਾਲਾ ਭਾਵੇਂ ਕਿੰਨਾ ਗਹਿਰੀ ਪੀੜ ਦੇ ਵਿੱਚੋਂ ਗੁਜ਼ਰ ਕੇ ਆਪਣਾ ਦਰਦ ਬਿਆਨ ਕਰ ਰਿਹਾ ਹੈ, ਪਰ ਸੁਣਨ ਵਾਲੇ ਦੇ ਤਲ 'ਤੇ ਕੋਈ 1-2% ਦਾ ਫਰਕ ਪੈ ਹੀ ਜਾਂਦਾ। ਪੂਰੇ ਦਾ ਪੂਰਾ ਕਈ ਵਾਰੀ ਨਹੀਂ ਵੀ ਅਨੁਭਵ ਹੁੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈਂ ਬਾਝੋਂ ਆਪਣੇ ਫਿਰ ਮਾਲਕ ਤੋਂ ਬਿਨਾਂ ਇਹ ਜਿਹੜਾ ਦੁੱਖ ਹੈ, ਇਹ ਜਿਹੜੀ ਪੀੜ ਹੈ, ਇਹ ਕਿਸ ਦੇ ਅੱਗੇ ਕਹੀਏ। ਮੈਂ ਇਸ ਪੀੜ ਨੂੰ ਵੀ ਪਵਿੱਤਰ ਮੰਨਦਾ ਜੇ ਕਿਤੇ ਕਿਸੇ ਬਜ਼ੁਰਗ ਦੇ ਅੰਦਰ ਪੈਦਾ ਹੋ ਜਾਏ। ਵੈਸੇ ਤਾਂ ਹਰੇਕ ਤਲ 'ਤੇ ਪੈਦਾ ਹੋਣੀ ਚਾਹੀਦੀ ਹੈ। ਇਸ ਕਰਕੇ ਸਿਆਣੇ ਪੁਰਖਾਂ ਦਾ ਕਥਨ ਹੈ ਕਿ ਜ਼ਿੰਦਗੀ ਇੱਕ ਬਾਣੀਏ ਵਾਂਗ ਬਤੀਤ ਕਰਨੀ ਚਾਹੀਦੀ ਹੈ। ਬਾਣੀਆਂ ਕੀ ਕਰਦੇ, ਹੁਣ ਤਾਂ ਚਲੋ ਸਮੇਂ ਬਦਲ ਗਏ ਨੇ, ਪਰ ਅਜੇ ਵੀ ਪੈਟਰਨ ਤਾਂ ਉਹੀ ਚੱਲਦੇ ਨੇ। ਬੈਂਕ 4 ਵਜੇ ਬੰਦ ਕਰ ਦਿੰਦੇ ਨੇ, 1 ਘੰਟਾ ਫਿਰ ਹਿਸਾਬ ਕਿਤਾਬ ਕਰਦੇ ਨੇ ਕਿ ਕਿੰਨਾ ਆਇਆ ਕਿੰਨਾ ਗਿਆ। ਬਾਣੀਏ ਵੀ ਪਹਿਲਾਂ ਇੰਝ ਕਰਦੇ ਸਨ। ਜਿਹੜਾ ਦੁਕਾਨ ਸੀ ਉਹਦੇ ਅੱਗੇ ਉਹ ਜਦੋਂ ਸ਼ਾਮ ਵੇਲੇ ਬੰਦ ਕਰਨ ਤੋਂ ਪਹਿਲਾਂ ਇੱਕ ਫੱਟਾ ਜਿਹਾ ਲਗਾ ਦਿੰਦੇ ਸਨ, ਅਤੇ ਲੋਕਾਂ ਨੂੰ ਪਤਾ ਸੀ ਕਿ ਹੁਣ ਇਹਨਾਂ ਨੇ, ਸੇਠ ਜੀ ਨੇ ਸਾਨੂੰ ਸੌਦਾ ਨਹੀਂ ਦੇਣਾ, ਹੁਣ ਆਪਣਾ ਵਹੀ ਖਾਤਾ ਠੀਕ ਕਰਨ ਲੱਗੇ। ਕਹਿਣ ਲੱਗੇ ਬਾਣੀਏ ਵਾਂਗ ਜ਼ਿੰਦਗੀ ਜਿਉਣੀ ਚਾਹੀਦੀ ਹੈ। ਰੋਜ਼ ਹਿਸਾਬ ਕਰਦੇ ਰਹੋ, ਰੋਜ਼ ਕਰਦੇ ਰਹੋਗੇ ਅਤੇ ਤਾਂ ਜਾ ਕੇ 1 ਸਾਲ ਬਾਅਦ ਪਤਾ ਲੱਗੇਗਾ ਕਿ ਕਿੰਨਾ ਘਾਟਾ ਪੈ ਗਿਆ। ਅਤੇ ਰੋਜ਼ ਜਦੋਂ ਘਾਟਾ ਜਾਂ ਲਾਭ ਮਹਿਸੂਸ ਹੋਏਗਾ, ਉਵੇਂ ਜੀਵਨ ਦਾ ਵਿਕਾਸ ਹੋਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਸਾਈਂ ਬਾਝੋਂ ਆਪਣੇ ਵੇਦਣ ਕਹੀਐ ਕਿਸ। ਕਿਸੇ ਹੋਰ ਅੱਗੇ ਕਿਵੇਂ ਕਹੀ ਜਾ ਸਕਦੀ। ਸੁੰਦਰ ਪ੍ਰਮਾਣ ਆਪਦੇ ਸਨਮੁਖ ਰੱਖ। ਸੂਫੀਵਾਦ ਦੇ ਵਿੱਚ ਇੱਕ ਬੜੇ ਵੱਡੇ ਫਕੀਰ ਹੋਏ ਨੇ ਜੁਨੈਦ ਬਗਦਾਦੀ। ਉਹਨਾਂ ਨੂੰ ਕਿਸੇ ਨੇ ਇੱਕ ਦਫਾ ਪੁੱਛਿਆ, ਜੁਨੈਦ ਬਗਦਾਦੀ
ਜਿਹੜਾ ਮਨੁੱਖ ਆਪਣੇ ਜੀਵਨ ਦੇ ਅੰਤਲੇ ਪਲਾਂ ਦੇ ਵਿੱਚ ਜਾਂ ਅੰਤਲੇ ਦੌਰ ਦੇ ਵਿੱਚ ਆਪਣੇ ਆਪ ਨੂੰ ਹਾਰਿਆ ਹੋਇਆ ਸਮਝੇ, ਜਾਂ ਆਪਣੇ ਆਪ ਨੂੰ ਜਿਹੜਾ ਹੈ ਸ਼ੈਤਾਨ ਦੇ ਹੱਥੋਂ ਪਰਾਜਿਤ ਹੋਇਆ ਸਮਝੇ, ਮਾਇਆ ਦੇ ਹੱਥੋਂ, ਮਾਇਆ ਨੂੰ ਸ਼ੈਤਾਨ ਆਖਦੇ ਨੇ, ਪਰਾਜਿਤ ਹੋਇਆ ਸਮਝੇ, ਉਹਦੇ ਕੋਲ ਅੰਤਮ ਹੱਲ ਕੀ ਬਚਦਾ ਹੈ? ਉਹਨਾਂ ਨੇ ਬੜਾ ਕਮਾਲ ਦਾ ਜਵਾਬ ਦਿੱਤਾ। ਕਹਿਣ ਲੱਗਾ, ਜਿੰਨੀ ਭਾਵਨਾ ਦੇ ਨਾਲ, ਜਿੰਨੀ ਇਕਾਗਰਤਾ ਦੇ ਨਾਲ ਪਾਪ ਕੀਤੇ ਹਨ, ਉਨੀ ਇਕਾਗਰਤਾ ਦੇ ਨਾਲ ਪਛਚਾਤਾਪ ਕਰੇ। ਅਤੇ ਕਹਿਣ ਲੱਗਾ, ਪਛਚਾਤਾਪ ਦਾ ਮਤਲਬ ਇਕੱਲਾ ਰੋਸ ਨਹੀਂ, ਪਛਚਾਤਾਪ ਦਾ ਮਤਲਬ ਕਿ ਜਿੰਨੀ ਤੇਜ਼ੀ ਦੇ ਨਾਲ ਭੱਜ ਕੇ ਅਪਵਿੱਤਰ ਕਰਮਾਂ ਵੱਲ ਗਿਆ ਸੀ, ਉਹਦੇ ਨੂੰ ਦੁੱਗਣੀ ਤੇਜ਼ੀ ਦੇ ਵੱਲ ਪਵਿੱਤਰ ਕਰਮਾਂ ਵੱਲ ਭੱਜੇ। ਕਿਉਂਕਿ ਗਲਤ ਨੂੰ ਸਰ ਕਰਨ ਦੇ ਲਈ 2 ਗੁਣਾ, ਜਿਵੇਂ ਕਹਿੰਦੇ ਕਾਨੂੰਨ ਇੱਕ ਅਪਰਾਧ ਹੋਵੇ ਤਾਂ 2 ਗੁਣਾ ਸਜ਼ਾ ਦਿੰਦਾ, ਇਸੇ ਤਰ੍ਹਾਂ ਜੇ ਜੀਵਨ ਦੇ ਵਿੱਚ ਅਪਵਿੱਤਰ ਕਰਮ ਕੀਤੇ ਨੇ ਅਤੇ ਉਹਨਾਂ ਨੂੰ ਪਾਕੀਜ਼ ਕਰਨ ਦੇ ਲਈ ਜਾਂ ਉਹਨਾਂ ਦੀ ਮੈਲ ਨੂੰ ਉਤਾਰਨ ਦੇ ਲਈ ਦੁੱਗਣੀ ਸ਼ਿੱਦਤ ਦੇ ਨਾਲ ਪਵਿੱਤਰ ਕਰਮ ਕਰੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਸਾਈਂ ਬਾਝੋਂ ਆਪਣੇ ਵੇਦਨ ਕਹੀ ਹੈ ਕਿਸ, ਕਿਹਦੇ ਅੱਗੇ ਵੇਦਨ ਕਹੀ ਜਾ ਸਕਦੀ ਹੈ। ਔਰ ਦੂਜੀ ਗੱਲ, ਜਿਹੜੀ ਜੋਬਨ ਅਵਸਥਾ ਹੈ ਗਫਲਤਾਈ ਦੇ ਵਿੱਚ ਹੁੰਦੀ ਹੈ। ਮੈਂ ਇਕੱਲਾ ਇਹ ਬਜ਼ੁਰਗਾਂ ਦੇ ਤਲ 'ਤੇ ਨਹੀਂ, ਨੌਜਵਾਨਾਂ ਦਾ ਵੀ ਸਪਸ਼ਟ ਕਰ ਦਿਆਂ। ਮੈਂ ਆਪਣੇ ਉਸ ਤਲ ਦੇ ਵਿੱਚੋਂ ਵਿਚਰ ਰਿਹਾ। ਕੁਦਰਤੀ ਬਹੁਤ ਦਫਾ ਕਈਆਂ ਨੂੰ ਪ੍ਰੇਰਣਾ ਕਰਕੇ ਗੱਲਬਾਤ ਦੇ ਲਈ ਵੀ ਸਹਿਮਤ ਨਹੀਂ ਹੁੰਦੇ। ਘੱਟੋ ਘੱਟ ਬਜ਼ੁਰਗ ਬੰਦਾ ਕਥਾ ਤਾਂ ਸੁਣਦਾ ਹੈ, ਨੌਜਵਾਨ ਗੱਲ ਸੁਣਨ ਲਈ ਵੀ ਸਹਿਮਤ ਨਹੀਂ। ਉਹ ਕਹਿੰਦਾ, ਮੇਰਾ ਗਿਆਨ, ਮੇਰਾ ਜੋਸ਼ ਇੰਨਾ ਸ਼ਾਰਪ ਹੈ ਕਿ ਮੈਨੂੰ ਤੁਹਾਡੇ ਡਿਸਕੋਰਸ ਦੀ ਕੋਈ ਲੋੜ ਨਹੀਂ। ਇਹਦਾ ਮਤਲਬ ਬਹੁਤ ਜ਼ਿਆਦਾ ਭਟਕਿਆ ਹੋਇਆ ਹੈ। ਅੱਜ ਦੁਨੀਆ ਦੀ ਕੋਈ ਵੀ ਸੀਰੀਅਸ ਮਜਲਿਸ ਦੇਖ ਲਓ, ਇਕੱਲੀ ਅਧਿਆਤਮਿਕਤਾ ਦੀ ਗੱਲ ਛੱਡ ਦਿਓ, ਕਈ ਵਾਰੀ ਸਾਨੂੰ ਲੱਗਦਾ ਕਿ ਅਸੀਂ ਹਰ ਵਕਤ ਅਧਿਆਤਮਿਕ 'ਚ ਰਹਿੰਦੇ ਹਾਂ ਅਤੇ ਸ਼ਾਇਦ ਇਹ ਬੰਦੇ ਨੂੰ ਨੀਰਸ ਲੱਗਦਾ ਹੋਏਗਾ ਤਾਂ ਨਹੀਂ ਆਉਂਦਾ। ਤੁਸੀਂ ਵੈਸੇ ਵੀ ਕਿਤੇ ਸਕੂਲ ਦੇ ਪੱਧਰ 'ਤੇ ਕੋਈ ਸੀਰੀਅਸ ਮਜਲਿਸ ਜਾਂ ਕਿਸੇ ਵਿਆਹ ਦੇ ਵਿੱਚ ਜਾਂ ਕਿਸੇ ਪਬਲਿਕ ਸਮਾਗਮ ਦੇ ਵਿੱਚ ਸੀਰੀਅਸ ਕਿਸਮ ਦੀ ਗੱਲ ਛੇੜ ਲਓ, ਕਿਸੇ ਨੁਕਤੇ ਨੂੰ ਲੈ ਕੇ ਬੰਦੇ ਉੱਥੋਂ ਘਬਰਾਹਟ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਉਹਨਾਂ ਨੂੰ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸਾਈਂ ਬਾਝੋਂ ਆਪਣੇ ਵੇਦਨ ਕਹੀ ਹੈ ਕਿਸ ਜੀਵਨ ਦੀ ਜੋ ਇਹ ਹਾਲਤ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਇਹ ਸਾਰਾ ਬਿਰਧ ਹੋਣ ਦਾ ਐਕਸਪੀਰੀਅੰਸ ਹੈ। ਜਿਹੜੇ ਪਹਿਲੇ ਸ਼ਲੋਕ ਆਏ ਨੇ, ਸ਼ੁਰੂ ਹੋਇਆ ਸੀ ਦਾੜੀ ਹੋਈ ਭੂਰ ਤੋਂ, ਅਤੇ ਹੁਣ ਉਹਦਾ ਗਾਂਹ ਗਾਂਹ ਵੱਧਦਾ ਜਾ ਰਿਹਾ, ਅਤੇ ਅੱਗੇ ਆਇਆ ਅੱਖੀਂ ਦੇਖ ਪਤੀਣੀਆਂ। ਬੜੇ ਰੰਗ ਤਮਾਸ਼ੇ ਦੇਖੇ ਨੇ, ਪਰ ਦੇਖ ਦੇਖ ਕੇ ਅੱਖਾਂ ਲਿੱਸੀਆਂ ਹੋ ਗਈਆਂ ਨੇ, ਇਹਨਾਂ ਦੇ ਅੰਦਰ ਦੀ ਦੇਖਣ ਸ਼ਕਤੀ ਘਟ ਗਈ ਹੈ। ਅਤੇ ਕਹਿੰਦੇ ਸੁਣ ਸੁਣ ਰੀਣੇ ਕੰਨ, ਅਤੇ ਕੰਨਾਂ ਦਾ ਵੀ ਸ਼ਰਵਣ ਸ਼ਕਤੀ ਖਤਮ ਹੋ ਗਈ ਹੈ। ਅੱਗੇ ਆਖਦੇ ਨੇ ਸਾਖ ਪਕੰਦੀ ਆਈਆਂ। ਜੇ ਫਸਲ ਪੱਕ ਜਾਂਦੀ ਉਹਦਾ ਰੰਗ ਹੋਰ ਹੋ ਜਾਂਦਾ, ਕਣਕ ਹਰੇ ਤੋਂ ਸੁਨਹਿਰੀ ਹੋ ਜਾਂਦੀ। ਸਰੀਰ ਦਾ ਵੀ ਸਾਰਾ ਭਾਵ ਬਦਲ ਜਾਂਦਾ ਹੈ। ਜਿਹੜੇ ਮੁੱਖ ਦੀ ਕੱਸੀ ਹੋਈ ਚਮੜੀ ਚਿਹਰੇ ਦੀ ਸੁੰਦਰਤਾ ਵਿੱਚ ਵਾਧਾ ਕਰਦੀ ਸੀ, ਉਹੀ ਚਮੜੀ ਜਦ ਢਲ ਜਾਂਦੀ ਹੈ ਅਤੇ ਬੰਦਾ ਥੋੜ੍ਹਾ ਜਿਹਾ ਵੰਪਾਇਰ ਵਾਂਗ, ਭੂਤ ਵਾਂਗ ਲੱਗਣ ਲੱਗ ਪੈਂਦਾ। ਕਦੀ ਮੈਂ ਕੁਦਰਤੀ ਕਈ ਵਾਰੀ ਵਾਚਦੇ ਹੁੰਦੇ ਅਸੀਂ ਇਸ ਗੱਲ ਨੂੰ। ਜਿਉਂ ਜੋ ਉਮਰ ਬੀਤਦੀ ਹੈ, ਬੰਦੇ ਦਾ ਝੁਰੜੀਆਂ ਆਦਿਕ ਸਰੀਰ 'ਤੇ ਕਬਜ਼ਾ ਕਰਦੀਆਂ ਨੇ। ਕਦੀ ਆਪ ਜੀ ਨੇ ਮਨੁੱਖੀ ਪਿੰਜਰ ਦੇਖਿਆ ਹੋਏਗਾ। ਮਨੁੱਖੀ ਪਿੰਜਰ, ਜਿਹੜੇ ਪਿੰਜਰ 'ਤੇ ਮਨੁੱਖ ਦੀ ਹਾਲਤ ਬਣੀ, ਜੇ ਉਹੀ ਪਿੰਜਰ ਉਹਦੇ ਨੇੜੇ ਰੱਖ ਦਿਆ ਜਾਏ ਤਾਂ ਹਰੇਕ ਬੰਦੇ ਨੂੰ ਉਹਦੇ ਤੋਂ ਖੌਫ ਆਵੇ। ਇਹ ਠੀਕ ਹੈ ਕਿ ਮੈਡੀਕਲ ਸਾਇੰਸ ਵਾਲੇ ਉਹਦੇ 'ਤੇ ਪ੍ਰੀਖਣ ਕਰਦੇ ਰਹਿੰਦੇ ਨੇ, ਸਮਝਦੇ ਰਹਿੰਦੇ ਨੇ, ਪਰ ਫਿਰ ਵੀ ਜਿਹੜਾ ਮਨੁੱਖੀ ਪਿੰਜਰ ਹੈ, ਜੇ ਉਹਨਾਂ ਉਵੇਂ ਹੀ ਹੋਵੇ ਤਾਂ ਹਰੇਕ ਮਨੁੱਖ ਨੂੰ ਪੈ ਆਵੇ। ਜਿਹੜਾ ਸਾਡੇ ਸਿਰ ਦੇ ਖੋਖਲੇ ਹਿੱਸੇ ਨੇ, ਉਹਦੇ ਵਿੱਚ ਮਾਲਕ ਨੇ ਅੱਖਾਂ ਭਰੀਆਂ ਨੇ, ਉਹਦੇ ਵਿੱਚ ਮਾਸ ਮਿੱਝ ਆਦਿਕ ਭਰ ਕੇ ਸੁੰਦਰ ਲੇਪ ਕੀਤਾ ਹੋਇਆ, ਅਤੇ ਇੱਕ ਡਰਾਉਣੇ ਜਿਹੇ ਮਨੁੱਖੀ ਪਿੰਜਰ ਨੂੰ ਵੀ ਚੰਗਾ ਬਣਾਇਆ ਹੋਇਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸੁਣ ਸੁਣ ਰੀਣੇ ਕੰਨ, ਕਿ ਜਿਹੜਾ ਹੁਣ ਜੀਵਨ ਦੀ ਹਾਲਤ ਇਵੇਂ ਦੀ, ਇਸ ਕਰਕੇ ਹੌਲੀ ਹੌਲੀ ਬੰਦੇ ਦਾ ਸੁਣਨਾ ਵੀ, ਸਮਝਣਾ ਵੀ ਉੱਚਾ ਹੋਣਾ ਚਾਹੀਦਾ। ਠੀਕ ਹੈ, ਜਵਾਨੀ ਦੇ ਵਿੱਚ ਬੰਦਾ ਵਾਸ਼ਨਾ ਕਰਕੇ ਵਿਖਿਆ ਦੇ ਗੀਤ ਸੁਣਦਾ ਹੈ, ਪਰ ਹੌਲੀ ਹੌਲੀ ਆਪਣਾ ਸੁਣਨਾ ਵੀ ਸੁਧਾਰਨਾ ਚਾਹੀਦਾ, ਦੇਖਣਾ ਵੀ ਸੁਧਾਰਨਾ ਚਾਹੀਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ, ਕਿ ਇਹ ਤਾਂ ਹੁਣ ਜੀਵਨ ਪੱਕ ਚੱਲਿਆ, ਹੁਣ ਪੱਕਣ ਤੋਂ ਬਾਅਦ ਗਿਰੇਗਾ। ਇਸ ਕਰਕੇ ਕਹਿੰਦੇ ਰੰਗ ਹੀ ਹੋਰ ਹੋ ਗਿਆ ਜੀਵਨ ਦਾ। ਇੱਕ ਇਹਦਾ ਆਪਣਾ ਆਪਦੇ ਸਨਮੁਖ ਅਨੁਭਵ ਰੱਖਦਿਆਂ ਕਿ ਅਸੀਂ ਜਦ ਜੀਵਨ ਨੂੰ ਜਿਉਂਦੇ ਹਾਂ ਤਾਂ ਅਸੀਂ ਜੀਵਨ ਦੀ ਸ਼ਕਤੀ ਦਾ, ਹੁਣ ਗੁਰਬਾਣੀ 'ਚ ਇੱਕ ਜਗ੍ਹਾ ਆਉਂਦਾ ਗੁਰਮੁਖ ਅਤੇ ਮਨਮੁਖ, ਬਹੁਤ ਜਗ੍ਹਾ ਜ਼ਿਕਰ ਆਉਂਦਾ ਮਨਮੁਖ ਗੁਰਮੁਖ ਦਾ।
ਗੁਰਮੁਖ ਦਾ ਮਤਲਬ ਕੀ ਹੈ ਕਿ ਜੋ ਜੀਵਨ ਦੇ ਵਿੱਚ ਸਮਰੱਥਾ ਮਿਲੀਆਂ ਨੇ ਦੇਖਣ ਸੁਣਨ ਸਮਝਣ ਦੀਆਂ, ਉਹਦਾ ਪ੍ਰਯੋਗ ਗੁਰੂ ਦੇ ਬਖਸ਼ਿਸ਼ ਹੋਏ ਗਿਆਨ ਦੇ ਵਿੱਚੋਂ ਕਿਸੇ ਵੱਡੇ ਨੁਕਤੇ ਲਈ ਕਰਨਾ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਇਹ ਨੇਤਰੋ ਮੇਰਿਓ ਹਰ ਤੁਮੈ, ਜੋ ਧਰੀ ਹਰ ਬਿਨ ਅਵਰ ਨਾ ਦੇਖੋ। ਕੋਈ ਤਾਂ ਇਹ ਗੁਰਮੁਖ ਦਾ ਕਰਮ ਹੈ। ਮਨਮੁਖ ਦਾ ਕਰਮ ਕੀ ਹੈ ਕਿ ਮੈਨੂੰ ਇਸਤਰੀ ਦੇ ਕੌਤਕ, ਉਹਦੀ ਰੂਪ ਦਸ਼ਾ ਚੰਗੀ ਲੱਗਦੀ, ਉਹਨੂੰ ਹੀ ਦੇਖਣਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੇ ਇੰਜ ਦਾ ਦੇਖੇਗਾ ਤੇ ਮਨਮੁਖ ਦੇ ਤਲ 'ਤੇ ਜੀਵਨ ਹੈ, ਅਤੇ ਮਨਮੁਖਤਾ ਦਾ ਕੀਤਾ ਹੋਇਆ ਕਰਮ ਅੱਜ ਤਾਂ ਠੀਕ ਲੱਗ ਸਕਦਾ ਹੈ, ਜਦੋਂ ਜੀਵਨ ਸਥਿਤ ਹੋ ਗਿਆ ਉਦੋਂ ਇਹ ਕਰਮ ਜੀਵਨ ਦੇ ਵਿੱਚ ਘਬਰਾਹਟ ਪੈਦਾ ਕਰੇਗਾ। ਇਸ ਕਰਕੇ ਆਖਦੇ ਹਨ, ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ। ਇੱਕ ਸੁੰਦਰ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ, ਕੋਈ ਵੱਡੇ ਫਕੀਰ ਸਨ, ਉਹਨਾਂ ਦੀ ਸੁਣਨ ਦੀ, ਦੇਖਣ ਦੀ, ਚੱਲਣ ਦੀ ਸਾਰੀ ਸਮਰੱਥਾ ਜਾਂਦੀ ਰਹੀ। ਕੋਈ ਉਹਨਾਂ ਦਾ ਮੁਰੀਦ ਬੜੇ ਸਾਲਾਂ ਬਾਅਦ ਉਹਦੇ ਕੋਲ ਵਾਪਸ ਆਇਆ, ਅਤੇ ਉਹਨੇ ਆਉਂਦਿਆਂ ਉਹਨਾਂ ਨਾਲ ਅਫਸੋਸ ਕੀਤਾ ਕਿ ਬੜੀ ਮਾੜੀ ਗੱਲ ਹੋਈ, ਹੁਣ ਤੁਸੀਂ ਮੈਨੂੰ ਦੇਖ ਵੀ ਨਹੀਂ ਸਕਦੇ, ਮੈਂ ਇੰਨੇ ਸਾਲਾਂ ਬਾਅਦ ਤੁਹਾਨੂੰ ਮਿਲਣ ਆਇਆ। ਉਹ ਕਿੰਨਾ ਚਿਰ ਬੋਲਦਾ ਰਿਹਾ, ਪਰ ਅੱਗੋਂ ਉਹਨੇ ਫਿਰ ਉਹਨੂੰ ਪਤਾ ਲੱਗਿਆ, ਕਹਿੰਦਾ ਇਹ ਵੀ ਬੜੀ ਮਾੜੀ ਗੱਲ ਹੈ, ਤੁਸੀਂ ਮੇਰੀ ਗੱਲ ਵੀ ਨਹੀਂ ਸੁਣ ਸਕਦੇ। ਜਦੋਂ ਉਹਨੇ ਕਾਫੀ ਅਫਸੋਸ ਸਾਂਝਾ ਕੀਤਾ, ਅਤੇ ਉਹ ਫਕੀਰ ਦੀ ਜਿਹੜੀ ਚੇਤਨਾ ਸੀ ਉਹ ਜਾਗਰਤ ਸੀ, ਮਤਲਬ ਜਿਹਨੂੰ ਕੌਨਸ਼ੀਅਸ ਮਾਈਂਡ ਕਹਿੰਦੇ ਆ, ਉਹ ਠੀਕ ਸੀ ਉਹਦਾ। ਉਹਨੇ ਬੜਾ ਕਮਾਲ ਦਾ ਜਵਾਬ ਦਿੱਤਾ, ਕਹਿਣ ਲੱਗਾ ਕਿ ਮੇਰੇ ਕੋਲੋਂ ਬੰਦਗੀ ਦਾ ਯਤਨ ਆਪਣੇ ਆਪ ਤਾਂ ਹੋ ਨਹੀਂ ਸੀ ਰਿਹਾ, ਮੇਰੇ ਕੋਲੋਂ ਬੰਦਗੀ ਦਾ ਯਤਨ ਆਪਣੇ ਆਪ ਤਾਂ ਹੋ ਨਹੀਂ ਸੀ ਰਿਹਾ। ਮਤਲਬ ਦੇਖਣ ਦੀ ਚਾਹਤ ਖਤਮ ਕਰਨੀ ਚਾਹੀ, ਮਤਲਬ ਪਰਿਵਾਰ ਨੂੰ ਛੱਡ ਕੇ ਜੰਗਲ ਵਿੱਚ ਆ ਗਿਆ, ਇੱਥੇ ਵੀ ਉਹੀ ਇਸਤਰੀ ਦੇ ਨਕਸ਼, ਕਾਮ ਦੇ ਦ੍ਰਿਸ਼ ਸਤਾਉਂਦੇ ਰਹੇ। ਸੁਣਨ ਦੇ ਵਿਖਿਆ ਗੀਤਾਂ ਤੋਂ ਦੂਰੀ ਬਣਾ ਲਈ, ਇੱਥੇ ਮਨੁੱਖਾਂ ਦੀ ਤਾਂ ਪਸ਼ੂਆਂ ਦੀ ਆਵਾਜ਼ ਵੀ ਨਹੀਂ ਕਰਨੀ ਪੈਂਦੀ, ਤਾਂ ਵੀ ਕੋਈ ਨਾ ਕੋਈ ਆਵਾਜ਼ ਦੇਖਣ ਦੀ ਸੁਣਨ ਦੀ ਲਾਲਸਾ ਜਿਹੜੀ ਮਨ 'ਚ ਜਾਗਦੀ ਰਹੀ। ਸਾਰਿਆਂ ਪਦਾਰਥਾਂ ਦੇ ਰਸ ਵੀ ਛੱਡ ਦਿੱਤੇ, ਤਾਂ ਵੀ ਜਿਹੜੇ ਜ਼ੁਬਾਨ ਦੇ ਅੰਦਰ ਉਹ ਸਵਾਦਾਂ ਦੀ ਸਿਮਰਤੀ ਬਾਰ-ਬਾਰ ਫੇਰੇ ਪਾਉਂਦੀ ਰਹੀ। ਕਹਿੰਦੇ, ਮੈਂ ਆਪਣੇ ਯਤਨ ਕਰਕੇ ਹਾਰ ਗਿਆ ਸਾਂ। ਆਖਰ ਦੇ ਵਿੱਚ ਮੈਂ ਅਰਦਾਸ ਕੀਤੀ ਕਿ ਮੈਨੂੰ ਜਿਹੜਾ ਦੁਆ ਕੀਤੀ ਕਿ ਮੈਨੂੰ ਮੇਰਾ ਪਵਿੱਤਰ ਜੀਵਨ ਚਾਹੀਦਾ, ਇਹਦੀ ਕੀਮਤ ਜੋ ਮਰਜ਼ੀ ਲੈ ਲਓ। ਕਹਿਣ ਲੱਗਾ, ਫਿਰ ਉਹ ਮਤਲਬ ਉਹਨੇ ਅਨੁਭਵ ਦੱਸਿਆ। ਕਹਿਣ ਲੱਗਾ, ਮੇਰੇ ਕੋਲੋਂ ਨੈਣਾਂ ਦੀ ਜੋਤ ਪਰਤ ਵਾਪਸ ਲੈ ਲਈ ਗਈ, ਸੁਣਨ ਦੀ ਸ਼ਕਤੀ ਵਾਪਸ ਲੈ ਲਈ ਗਈ, ਜ਼ੁਬਾਨ ਦੇ ਸਵਾਦ ਵਾਪਸ ਲੈ ਲਏ ਗਏ, ਪਰ ਮੈਨੂੰ ਇੱਕ ਅਨੁਭਵ ਦੇ ਦਿੱਤਾ ਗਿਆ, ਇੱਕ ਮੈਨੂੰ ਵੱਡੀ ਅਵਸਥਾ ਦੇ ਦਿੱਤੀ ਗਈ ਕਿ ਹੁਣ ਮੈਂ ਆਪਣੇ ਅੰਦਰ ਨੂੰ ਪਵਿੱਤਰ ਮਹਿਸੂਸ ਕਰਦਾ। ਇਸ ਕਰਕੇ ਜੇ ਮੈਨੂੰ ਇੰਨਾ ਕੁਝ ਗਵਾ ਕੇ, ਇਸ ਕਰਕੇ ਤੇਰੇ ਲਈ ਇਹ ਗਵਾਉਣਾ ਹੈ, ਤੇਰੇ ਲਈ ਅਫਸੋਸਨਾਕ ਹੈ, ਮੇਰੇ ਲਈ ਇਹ ਸਭ ਕੁਝ ਗਵਾਉਣਾ ਜਿਹੜਾ ਹੈ ਉਹ ਵੀ ਲਾਭਦਾਇਕ ਹੈ, ਕਿਉਂਕਿ ਮੈਂ ਕਿਸੇ ਵੱਡੀ ਅਵਸਥਾ ਨੂੰ ਪਾਲਿਆ, ਮੈਂ ਕਿਸੇ ਐਸੇ ਪੱਧਰ ਨੂੰ ਪਾਲਿਆ ਹੈ ਜਿੱਥੇ ਜਾ ਕੇ ਮੈਨੂੰ ਹੁਣ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਕਿਸੇ ਤਰ੍ਹਾਂ ਦਾ ਤੌਖਲਾ ਨਹੀਂ ਹੈ। ਇਸ ਕਰਕੇ ਬਾਣੀ ਦੇ ਵਿੱਚ ਵਾਕ ਆਉਂਦੇ ਨੇ, ਥਰਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਭਾਵ ਕਿ ਜਦ ਕਰਮ ਸ਼ੁਭ ਨਹੀਂ ਹਨ, ਚਿੱਤ ਮਲੀਨ ਹੈ, ਤਾਂ ਉਸ ਤੋਂ ਪਹਿਲਾਂ ਕਹਿੰਦੇ ਫਿਰ ਜਦੋਂ ਸ਼ੌਹ ਦੇ ਸਾਹਮਣੇ, ਅਕਾਲ ਪੁਰਖ ਦੇ ਸਾਹਮਣੇ ਜੋਤ ਰੂਪ ਵਾਪਸ ਜਾਏਗਾ, ਅਤੇ ਇਹਦਾ ਨਾਲ ਦਾ ਹਿੱਸਾ, ਦੁਨਿਆਵੀ ਹਿੱਸਾ ਜਿਹਨੂੰ ਅਸੀਂ ਚਿੱਤਰਗੁਪਤ ਆਖਦੇ ਹਾਂ, ਜਦ ਉਹ ਪ੍ਰਗਟਿਤ ਰੂਪ ਹੋ ਕੇ ਅੱਗੇ ਜਾਏਗਾ ਤਾਂ ਸਾਡੀ ਕੀ ਹਾਲਤ ਹੋਏਗੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਸਾਖ ਪਕੰਦੀ ਆਈਆਂ। ਔਰ ਜੀਵਨ ਦੇ ਵਿੱਚ ਸੁਣ ਸੁਣ ਰੀਣੇ ਕੰਨ ਦਾ ਭਾਵ ਇਹ ਹੈ ਕਿ ਮਨੁੱਖ ਇਹਨਾਂ ਦੋ ਸ਼ਕਤੀਆਂ ਦਾ, ਹੁਣ ਦੇਖੋ ਇਹੀ ਦੋ ਸਭ ਤੋਂ ਵੱਧ ਠੱਗਦੀਆਂ ਨੇ ਬੰਦੇ, ਦੇਖਣਾ ਅਤੇ ਸੁਣਨਾ। ਔਰ ਦੇਖੋ ਬਾਣੀ ਦੇ ਵਿੱਚ ਇਹੀ ਵਾਕ ਕਹੇ ਗਏ ਹਨ, ਗਾਵੀਏ ਸੁਣੀਏ ਮਨ ਰੱਖੀਏ ਭਾਓ। ਇਹਦਾ ਕਾਰਨ ਕੀ ਹੈ? ਹੁਣ ਦੇਖਣ ਦੁਆਰਾ ਸਭ ਤੋਂ ਪਹਿਲਾਂ ਬੋਧ ਪੈਦਾ ਹੁੰਦਾ ਹੈ। ਕਿਸੇ ਬੰਦੇ ਬਾਰੇ ਜਾਣਦੇ ਹੋਈਏ ਨਾ, ਉਹਦੇ ਗੁਣ ਔਗਣ ਕੀ ਹਨ, ਉਹ ਬਸ ਅੱਖੋਂ ਸਾਹਮਣੇ ਗੁਜ਼ਰ ਜਾਵੇ ਸਹੀ, ਉਹਦਾ ਸਾਰਾ ਕੁਝ ਸਾਡੀ ਬੁੱਧੀ ਦੇ ਅੰਦਰ ਖੁੱਲ੍ਹ ਜਾਂਦਾ ਹੈ ਕਿ ਚੰਗਾ ਹੈ ਕਿ ਮੰਦਾ ਹੈ। ਸੁਣਨ ਦੇ ਨਾਲ ਜੇ ਠੀਕ ਨੇਤਰ ਨਹੀਂ ਕੰਮ ਕਰਦੇ ਤਾਂ ਸੁਣਨ ਦੇ ਨਾਲ, ਹੁਣ ਮਨੁੱਖ ਸੁਣ ਸੁਣ ਰੀਣੇ ਕੰਨ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਨਾ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਉਸਤਤ ਨਿੰਦਾ ਕੰਨ ਸੁਣ ਰੋਵਨ ਤੈ ਹਾਸੇ, ਸਾਦੀ ਜੀਵ ਨ ਰੱਜੀਆਂ ਕਰ ਭੋਗ ਬਿਲਾਸੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਸੁਣ ਸੁਣ ਰੀਣੇ ਕੰਨ, ਕਿ ਇਹਨਾਂ ਦੀ ਸ਼ਰਵਣ ਸ਼ਕਤੀ ਘਟ ਗਈ, ਪਰ ਬੰਦੇ ਦੀ ਸੁਣਨ ਦੀ ਉਤਸੁਕਤਾ ਪੈਦਾ ਨਹੀਂ ਹੋਈ। ਕਈ ਵਾਰੀ ਦੇਖਣਾ, ਕਈ ਇਸ ਤਰ੍ਹਾਂ ਦੇ ਦ੍ਰਿਸ਼ ਸਾਨੂੰ ਮਿਲ ਜਾਂਦੇ ਨੇ, ਉਹ ਬੱਚੇ ਭਾਵੇਂ ਕੋਈ ਆਪਣੀ ਆਮ ਜੀ ਗੱਲ ਕਰ ਰਹੇ ਹੋਣ, ਨੇੜੇ ਕੋਈ ਸ਼ੋਰ ਹੋ ਰਿਹਾ ਹੋਵੇ, ਅਤੇ ਬਜ਼ੁਰਗ ਤਿੰਨਾਂ ਚੌਹਾਂ ਨੂੰ ਚੁੱਪ ਕਰਕੇ ਕਹੇਗਾ ਮੈਨੂੰ ਸੁਣਨ ਦੇ।
ਕਿ ਹੁਣ ਤਾਂ ਤੇਰਾ ਜੀਵਨ ਉਹਨਾਂ ਨਾਲੋਂ 50 ਸਾਲ ਦਾ ਡਿਫਰੈਂਸ ਹੈ। ਜੇ ਉਹਨਾਂ ਦੀ ਗੱਲ ਸੁਣ ਕੇ ਸਮਝ ਵੀ ਲਏਗਾ, ਕੋਈ ਅੰਦਾਜ਼ਾ ਵੀ ਕੱਢ ਲਏਗਾ ਤਾਂ ਕੀ ਕਰ ਲਏਗਾ। ਪਰ ਗੱਲ ਕੀ ਹੈ ਕਿ ਆਪਣੀ ਹਉਂ ਵਾਲੀ ਹਸਤੀ ਅਜੇ ਵੀ ਵੱਸ ਦੇ ਵਿੱਚ ਨਹੀਂ ਆਉਂਦੀ। ਅਜੇ ਵੀ ਆਪਣੀ ਹਉਂ ਦੀ ਹਸਤੀ ਦਾ ਦਖਲ ਜਿਹੜਾ ਹੈ ਦੂਜੇ ਦੇ ਕਰਮ ਵਿੱਚ ਪਾਉਣਾ ਚਾਹੁੰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਸਾਖ ਪਕੰਦੀ ਆਈਆਂ। ਭਰਤਰੀ ਹਰੀ ਨੇ ਆਪਣੇ ਵੈਰਾਗ ਸ਼ਤਕ ਦੇ ਵਿੱਚ ਬੜੀ ਕਮਾਲ ਦੀ ਗੱਲ ਆਖੀ। ਕਹਿਣ ਲੱਗਾ ਕਿ ਮੈਂ ਜੀਵਨ ਦੇ ਵਿੱਚ ਜਦੋਂ ਰਾਜ ਭਾਗ ਛੱਡ ਕੇ ਤੁਰਿਆ, ਕਿਉਂਕਿ ਬਹੁਤ ਵੱਡਾ ਰਾਜਾ ਸੀ ਉਹ, ਕਹਿੰਦੇ ਜਦੋਂ ਰਾਜ ਭਾਗ ਛੱਡ ਕੇ ਤੁਰਿਆ, ਇਸਤਰੀ ਪਦਾਰਥ ਸਮਾਜ ਸਾਰਾ ਕੁਝ ਛੱਡਿਆ, ਸਾਰਾ ਕੁਝ ਛੱਡ ਕੇ ਜੰਗਲ ਨੂੰ ਤੁਰ ਗਿਆ। ਬੜੇ ਔਖੇ ਔਖੇ ਤਪ ਸਾਧਨਾ ਵੀ ਕੀਤੀਆਂ, ਚੌਂਕੜੇ ਮਾਰੇ, ਬੜਾ ਕੁਝ ਕੀਤਾ, ਪੁੱਠੇ ਵੀ ਲਟਕੇ। ਕਿ ਫਿਰ ਕਿ ਉਹਨਾਂ ਨੇ ਆਪਣੇ ਉਸ ਵੈਰਾਗ ਸ਼ਤਕ ਦੇ ਇੱਕ ਸ਼ਲੋਕ ਵਿੱਚ ਕਿਹਾ, ਕਹਿਣ ਲੱਗਾ ਕਿ ਵਾਸਨਾ ਮੈਂ ਤੇਰੇ ਤੋਂ, ਹੁਣ ਮੇਰੇ ਹੱਥ ਖੜੇ ਨੇ ਤੇਰੇ, ਸਾਰਾ ਕੁਝ ਤਿਆਗਣ ਤੋਂ ਬਾਅਦ ਵੀ ਤੂੰ ਜਵਾਨ ਹੈ। ਮੇਰੇ ਸਰੀਰ ਦਾ ਵੀ ਬਲ ਨਹੀਂ ਬਚਿਆ, ਪਰ ਤੂੰ ਜਵਾਨ ਹੈ। ਅਤੇ ਮੈਂ ਤੇਰੇ ਸਾਹਮਣੇ ਇਹ ਕਵਾਲ ਕਰਦਾ ਹਾਂ ਕਿ ਮੈਂ ਵਕਾਰਾਂ ਨੂੰ ਨਹੀਂ ਭੋਗਿਆ, ਵਕਾਰਾਂ ਨੇ ਮੈਨੂੰ ਭੋਗ ਲਿਆ। ਉਲਟਾ ਹੋ ਗਿਆ, ਇਹ ਮੇਰਾ ਭੁਲੇਖਾ ਸੀ ਕਿ ਮੈਂ ਵਕਾਰ ਭੋਗ ਲਏ ਨੇ ਜਾਂ ਬੜੇ ਮਾਇਆ ਦੇ ਰਸ ਕਸ ਮਾਣ ਲਏ ਨੇ। ਦਰਅਸਲ ਮੈਨੂੰ ਭੋਗਿਆ ਗਿਆ। ਕਿਉਂਕਿ ਸਾਰਾ ਕੁਝ ਮੈਂ ਜਿਹੜਾ ਆਪਣੀ ਜ਼ਿੰਦਗੀ ਦਾ ਇੰਨਾ ਵਧੀਆ ਫੋਰਸ ਸੀ ਦੇਖਣ ਸੁਣਨ ਸਮਝਣ ਦਾ, ਉਹ ਤੁਹਾਨੂੰ ਦੇ ਦਿੱਤਾ ਅਤੇ ਤੁਹਾਡੇ ਤੋਂ ਮਿਲਿਆ ਹੋਇਆ ਰਸ ਅੱਜ ਮੈਨੂੰ ਜ਼ਹਿਰ ਵਰਗਾ ਲੱਗ ਰਿਹਾ। ਇਸ ਕਰਕੇ ਮੇਰਾ ਅਨੁਭਵ ਹੈ ਕਿ ਵਾਸਨਾ ਮੈਂ ਤੇਰੇ ਹੱਥੋਂ ਹਾਰ ਚੁੱਕਿਆ ਅਤੇ ਹੁਣ ਕਿਰਪਾ ਕਰਕੇ ਹੁਣ ਮੇਰੇ 'ਤੇ ਰਹਿਮ ਕਰ, ਮੈਨੂੰ ਛੱਡ ਕੇ ਕਿਸੇ ਹੋਰ ਦਾ ਘਰ ਜਾ ਕੇ ਪਕੜ, ਕਿਸੇ ਹੋਰ ਦੇ ਸਰੀਰ ਵਿੱਚ ਮਨ ਵਿੱਚ ਜਾ ਕੇ ਬੈਠ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸਾਖ ਪਕੰਦੀ ਆਈਆਂ ਹੋਰ ਕਰਿੰਦੀ ਵੰਨ। ਇਸ ਕਰਕੇ ਜੀਵਨ ਦੇ ਵਿੱਚ ਸਮਝਣ ਦੇ ਨੁਕਤੇ ਹਨ। ਬਾਬਾ ਫਰੀਦ ਸਾਹਿਬ ਜੀ ਨੂੰ ਕਿਸੇ ਨੇ ਕਿਹਾ ਕਿ ਬਾਬਾ ਫਰੀਦ ਸਾਹਿਬ ਜੀ, ਜਿਹੜਾ ਬਿਰਧ ਅਵਸਥਾ ਹੈ ਇਹ ਬੰਦੇ ਨੂੰ ਕਿਵੇਂ ਮਹਿਸੂਸ ਕਰਨੀ ਚਾਹੀਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਨੂੰ ਕਿਸੇ ਨੇ ਕਿਹਾ ਕਿ ਜਿਹੜੀ ਬਿਰਧ ਅਵਸਥਾ ਹੈ, ਬੁਢਾਪਾ ਆ ਜਾਣਾ ਹੈ, ਇਹਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ। ਬਾਬਾ ਫਰੀਦ ਸਾਹਿਬ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ। ਉਹ ਕਹਿੰਦੇ, ਇਉਂ ਮਹਿਸੂਸ ਕਰਨਾ ਚਾਹੀਦਾ ਹੈ ਕਿ, ਪਰ ਉਹਨਾਂ ਨੇ ਉਸ ਤੋਂ ਪਹਿਲਾਂ ਇੱਕ ਉੱਤਰ ਦਿੱਤਾ ਕਿ ਜਿੰਨੇ ਬੰਦਗੀ ਦੇ ਸਹਿਤ ਜੀਵਨ ਗੁਜ਼ਾਰਿਆ ਉਹਨੂੰ ਇਉਂ ਮਹਿਸੂਸ ਕਰਨਾ ਚਾਹੀਦਾ ਹੈ। ਕਿਵੇਂ ਕਿ ਜਦੋਂ ਕੋਈ ਬੰਦਾ ਕਿਸੇ ਤਰ੍ਹਾਂ ਦੀ ਪ੍ਰਾਪਤੀ ਕਰ ਲਵੇ ਨਾ, ਕੁਦਰਤੀ ਇੱਕ ਕਿਰਤੀ ਬੰਦਾ ਵੀ ਚੰਗੀ ਕਮਾਈ ਕਰ ਲਵੇ, ਜੇਬ 'ਚ ਪੈਸੇ ਹੋਣ, ਅਤੇ ਦੂਜੇ ਪਾਸੇ ਸਰੀਰ ਵੀ ਪੂਰਾ ਥਕਾਵਟ ਜਾਂਦਾ ਹੈ, ਪਰ ਫਿਰ ਵੀ ਘਰ ਇੱਕ ਚਾਅ ਜਿਹਦੇ ਨਾਲ ਜਾਂਦਾ। ਉਹਨੂੰ ਪਤਾ ਜੇ ਪੱਲੇ ਪੈਸੇ ਨੇ, ਆਪਣੀਆਂ ਲੋੜਾਂ ਪੂਰੀਆਂ ਹੋਣਗੀਆਂ, ਪਰਿਵਾਰ ਖੁਸ਼ ਹੋਏਗਾ। ਕਹਿੰਦੇ ਉਸ ਤਰ੍ਹਾਂ ਜਾਣਾ ਚਾਹੀਦਾ ਜਿਵੇਂ ਇੱਕ ਕਿਰਤੀ ਨੂੰ, ਇੱਕ ਬੰਦੇ ਨੂੰ ਆਪਣੀ ਮੰਜ਼ਿਲ ਪ੍ਰਾਪਤ ਹੋ ਜਾਏ। ਅਤੇ ਕਹਿੰਦੇ ਜਿਨ੍ਹਾਂ ਨੇ ਨਹੀਂ ਬੰਦਗੀ ਸਹਿਤ ਜੀਵਨ ਸਵਾਰਿਆ, ਉਹਨਾਂ ਨੂੰ ਬੁਢਾਪੇ ਨੂੰ ਇਉਂ ਮਹਿਸੂਸ ਕਰਨਾ ਚਾਹੀਦਾ ਹੈ ਕਿ ਜਿਵੇਂ ਇੱਕ ਵਪਾਰੀ ਰਾਸ ਲੈ ਕੇ ਤਾਂ ਚੱਲਿਆ ਹੁੰਦਾ, ਕਿਤੇ ਵੇਚਣ ਗਿਆ ਹੁੰਦਾ ਹੈ, ਜਾਂ ਤਾਂ ਉੱਥੇ ਰਾਸ ਵਿੱਚ ਘਾਟਾ ਪੈ ਜਾ, ਜਾਂ ਕੋਈ ਲੁੱਟ ਲਵੇ। ਅਤੇ ਬਾਅਦ 'ਚ ਕਈ ਵਾਰੀ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਲੋਕ ਜਿਹੜੇ ਵਪਾਰੀ ਹੁੰਦੇ ਸਨ, ਘਾਟਾ ਪੈ ਜਾਂਦਾ ਸੀ, ਘਰ ਨਹੀਂ ਸੀ ਪਰਤਦੇ ਹੁੰਦੇ, 2-2 ਸਾਲ ਬਾਹਰ ਹੀ ਰਹੀ ਜਾਣਾ ਕਿ ਘਾਟੇ ਦੀ ਪੂਰਤੀ ਕਰਕੇ ਹੀ ਜਾਵਾਂਗੇ। ਕਹਿੰਦੇ ਇਸ ਤਰ੍ਹਾਂ ਜਦੋਂ ਵਪਾਰੀ ਨੂੰ ਘਾਟਾ ਪੈ ਜਾਂਦਾ, ਉਹ ਹੱਥ ਮਲਦਾ ਹੈ, ਬਾਰ-ਬਾਰ ਆਪਣੇ ਕੀਤੇ 'ਤੇ ਪਛਤਾਵਾ ਕਰਦਾ ਹੈ। ਉਵੇਂ ਦੀ ਹਾਲਤ ਹੋਣੀ ਚਾਹੀਦੀ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਹੋਰ ਕਰਿੰਦੀ ਵੰਨ, ਜੀਵਨ ਦਾ ਬਦਲਿਆ। ਹੁਣ ਦੇਖੋ, ਸਾਨੂੰ ਜੀਵਨ ਨਾ ਸਾਡੇ ਕਿਉਂਕਿ ਅਧਿਆਤਮਿਕ ਦ੍ਰਿਸ਼ਟੀਕੋਣ ਨਹੀਂ ਹਨ, ਸਾਡੀ ਸਮੱਸਿਆ ਹੈ। ਸਾਨੂੰ ਬੱਦਲਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਮੀਂਹ ਪਏਗਾ। 2 ਦਿਨ ਸੂਰਜ ਵੱਧ ਚਮਕ ਜੇ ਤਾਂ ਅਸੀਂ ਤੇਜ਼ ਗਰਮੀ ਦੇ ਅੰਦਾਜ਼ੇ ਕੱਢਣ ਲੱਗ ਪੈਂਦੇ ਹਾਂ। ਪਰ ਸਾਨੂੰ ਰੁੱਤਾਂ ਦਾ ਬਦਲਣ ਇਹ ਨਹੀਂ ਸਿਖਾਉਂਦਾ ਕਿ ਸਾਡੇ ਜੀਵਨ ਦੀ ਰੁੱਤ ਦਾ ਪੱਧਰ ਵੀ ਬਦਲ ਚੁੱਕਿਆ ਹੈ। ਸਾਡੇ ਜੀਵਨ ਦੀ ਜਿਹੜੀ ਬਹਾਰ ਸੀ ਬਸੰਤ ਵਰਗੀ, ਬੁਢਾਪੇ ਤੱਕ ਆਉਂਦਿਆਂ ਪੱਤਝੜ ਵਰਗੀ ਹੋ ਗਈ ਹੈ। ਜਿਹੜਾ ਹਰਾ ਪੱਤਾ ਖਿੜ-ਖਿੜ ਕਰਦਾ ਸੀ ਰੁੱਖ ਦੇ ਉੱਪਰ, ਅੱਜ ਉਹੋ ਜਿਹਾ ਸਰੀਰ ਜਿਹੜਾ ਬਚਪਨ ਦੇ ਵਿੱਚ ਖਿੜ-ਖਿੜ ਕਰਦਾ ਸੀ, ਅੱਜ ਪੀਲਾ ਜਰਦ ਹੋ ਗਿਆ ਅਤੇ ਹੁਣ ਟੁੱਟ ਰਿਹਾ ਹੈ। ਪਰ ਇਸ ਟੁੱਟ ਰਹੇ ਦਾ ਵੀ ਕੋਈ ਅਹਿਸਾਸ ਨਹੀਂ। ਉਂਝ ਕਹਿੰਦੇ ਆ ਜੀ ਆ ਪੱਤਝੜ ਆ ਗਈ, ਰੁੱਖ ਸਾਰੇ ਨੰਗੇ ਮਨੰਗੇ ਹੋ ਗਏ, ਪਰ ਇਹ ਨਹੀਂ ਪਤਾ ਕਿ ਆਪਣੇ ਜੀਵਨ ਦੀ ਵੀ ਪੱਤਝੜ ਨੇੜੇ ਹੈ ਅਤੇ ਇਹਨਾਂ ਦੀ ਪੱਤਝੜ ਤੋਂ ਬਾਅਦ ਬਸੰਤ ਫੇਰ ਆਏਗੀ। ਸਾਡੀ ਬਸੰਤ ਨਹੀਂ ਪਰਤਣੀ। ਰੁੱਖਾਂ ਦੀ ਪੱਤਝੜ ਆਈ ਨੇ, ਜਿਹੜਾ ਉਹਨਾਂ ਨੂੰ ਪੱਤਾਂ ਤੋਂ ਫੁੱਲਾਂ ਤੋਂ ਵਿਹੀਣ ਕਰ ਦਿੱਤਾ, ਉਹ ਤਾਂ ਫਿਰ ਪਰਤ ਆਏਗੀ ਉਸੇ ਤੋਂ ਬਾਅਦ। ਪਰ ਸਾਡੇ ਜੀਵਨ ਦੀ ਪੱਤਝੜ ਤੋਂ ਬਾਅਦ ਬਸੰਤ ਨਹੀਂ ਪਰਤੇਗੀ। ਕੁਦਰਤੀ ਦਿਨ ਦੇ ਵਿੱਚ ਸੂਰਜ ਦਾ ਡੁੱਬਿਆ ਸਵੇਰੇ ਫੇਰ ਉਗਮ ਆਏਗਾ, ਪਰ ਜਿਹੜਾ ਇੱਕ ਵਾਰੀ ਸਾਡੇ ਜੀਵਨ ਦਾ ਸੂਰਜ ਡੁੱਬ ਗਿਆ, ਮੁੜ ਕੇ ਨਹੀਂ ਡੁੱਬੇਗਾ, ਮੁੜ ਕੇ ਨਹੀਂ ਉਗਮੇਗਾ, ਫਿਰ ਉਸੇ ਤਰ੍ਹਾਂ ਰਹੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹੜਾ ਜਿਵੇਂ ਕੁਦਰਤੀ ਹੈ, ਸਾਨੂੰ ਇਹ ਤਾਂ ਪਤਾ ਕਿ ਪੱਤਣ ਤੋਂ ਪਾਣੀ ਵਹਿ ਗਿਆ, ਵਾਪਸ ਨਹੀਂ ਆਉਣਾ। ਇਹ ਨਹੀਂ ਪਤਾ ਕਿ ਜੀਵਨ ਦੇ ਵਿੱਚ ਜਿਹੜਾ ਬਲ ਜੋਬਨ ਅਵਸਥਾ ਵਿੱਚੋਂ ਗੁਜ਼ਰ ਗਿਆ, ਜਿਹੜੀ ਸਮਝ, ਜਿਹੜਾ ਤਾਣ ਜੋਬਨ ਅਵਸਥਾ ਵਿੱਚੋਂ ਗੁਜ਼ਰ ਗਿਆ, ਇਹ ਨਹੀਂ ਸਮਝ ਆਉਣਾ।
ਇਸ ਕਰਕੇ ਇੱਕ ਜੁਆਰੀ ਦਾ ਜੂਏ ਵਿੱਚ ਸਭ ਕੁਝ ਹਾਰਨ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜੂਏ ਦੇ ਵੱਸ ਹੋ ਕੇ ਆਪਣੀ ਪਤਨੀ ਵੀ ਹਾਰ ਗਿਆ, ਪਰ ਇਹ ਨਹੀਂ ਪਤਾ ਕਿ ਵਿਕਾਰਾਂ ਦੇ ਹੱਥੋਂ ਰੋਜ਼ਾਨਾ ਅਸੀਂ ਆਪਣੇ ਜੀਵਨ ਦੀ ਪਵਿੱਤਰਤਾ ਨੂੰ, ਅੰਮ੍ਰਿਤਮਈ ਬਖਸ਼ਿਸ਼ ਨੂੰ ਹਾਰਦੇ ਜਾ ਰਹੇ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੋਰ ਕਰਿੰਦੀ ਵੰਨ, ਇਹ ਜੀਵਨ ਦਾ ਸਮੁੱਚਾ ਖੇਲ ਹੀ ਬਦਲ ਗਿਆ ਹੈ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਹੁਣ ਬਾਬਾ ਫਰੀਦ ਸਾਹਿਬ ਜੀ ਦਾ ਆਪਣਾ ਜੀਵਨ ਮਾਤਾ ਜੀ ਦੀ ਪ੍ਰੇਰਣਾ ਦੇ ਨਾਲ, ਬੰਦਗੀ ਦੇ ਸੰਸਕਾਰਾਂ ਨਾਲ ਸ਼ੁਰੂ ਹੋ ਗਿਆ ਸੀ। ਸਾਰਾ ਜੀਵਨ ਸਵਰਿਆ ਰਿਹਾ। ਤਾਂ ਹੁਣ ਆਪਣਾ ਇੱਕ ਅਨੁਭਵ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਾਲੀ ਜਿਨੀ ਨਾ ਰਾਵਿਆ, ਜਿਨ੍ਹਾਂ ਨੇ ਜੀਵਨ ਦੀ ਜੋਬਨ ਅਵਸਥਾ ਦੇ ਵਿੱਚ ਮਾਲਕ ਦੇ ਇਬਾਦਤ ਦੇ ਮਾਰਗ 'ਤੇ ਕਦਮ ਨਹੀਂ ਰੱਖਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਧੌਲੀ ਰਾਵੈ ਕੋਏ, ਜਿਹੜਾ ਜੋਬਨ ਅਵਸਥਾ ਵਿੱਚ ਨਹੀਂ ਇਬਾਦਤ ਦੇ ਰਸਤੇ 'ਤੇ ਚੱਲ ਪਿਆ, ਬੁਢਾਪੇ 'ਚ ਕੀ ਕਰੇਗਾ। ਧੌਲੀ ਦਾ ਭਾਵ ਜਦੋਂ ਚਿੱਟੇ ਵਾਲ ਹੋ ਜਾਂਦੇ ਹਨ। ਅੱਗੇ ਆਖਦੇ ਨੇ ਕਰ ਸਾਈਂ ਸੋ ਪਿਰਹੜੀ, ਰੰਗ ਨਵੇਲਾ ਹੋਏ, ਆਪਣੇ ਸਾਈਂ ਦੇ ਮੁਬਾਰਕ ਚਰਨਾਂ ਦੇ ਨਾਲ ਪ੍ਰੀਤ ਪਾ, ਤਾਂ ਕਿ ਤੇਰਾ ਜੀਵਨ ਸੋਹਣਾ ਹੋ ਜਾਏ, ਸੁੰਦਰ ਹੋ ਜਾਏ। ਬਾਬਾ ਫਰੀਦ ਸਾਹਿਬ ਜੀ ਆਪਣਾ ਅਨੁਭਵ ਰੱਖਦੇ ਨੇ। ਇਸ ਤੋਂ ਅੱਗੇ ਸ਼ਲੋਕ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ। ਸਾਡੀ ਸਿੱਖ ਵਿਆਖਿਆ ਦੇ ਵਿੱਚ ਮੇਰੀ ਜੱਚ ਇੱਕ ਕੁਤਾਈ ਕੀਤੀ ਜਾਂਦੀ ਹੈ ਕਿ ਜੀ ਇਹ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਲੋਕ ਹੈ ਨਾ, ਇਹ ਟਿੱਪਣੀ ਸ਼ਲੋਕ ਹੈ। ਟਿੱਪਣੀ ਦਾ ਮਤਲਬ ਹੁੰਦਾ ਹੈ ਕਿ ਕਿਸੇ ਪਹਿਲੇ ਅਨੁਭਵ ਦੇ ਵਿੱਚ ਕੋਈ ਕਮੀ ਹੈ ਜਾਂ ਉਹਨੂੰ ਦਰੁਸਤ ਕਰਨ ਦੇ ਲਈ ਇਹ ਵਾਕ ਲਿਖਿਆ। ਇਹ ਨਹੀਂ ਅਸੀਂ ਕਹਿ ਸਕਦੇ, ਇਹਨੂੰ ਟਿੱਪਣੀ ਸ਼ਲੋਕ ਕਹਿਣਾ ਉਚਿਤ ਨਹੀਂ। ਆਪ ਜੀ ਨੇ ਅਕਸਰ ਵਿਆਖਿਆ ਸੁਣਿਆ ਹੋਏਗਾ। ਅਸਲ ਦੇ ਵਿੱਚ ਇਹ ਅਨੁਭਵ ਦਾ ਇੱਕ ਅਗਲਾ ਪੜਾਅ ਹੈ। ਇੱਕ ਅਨੁਭਵ ਹੈ ਜਿਹੜਾ ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਜੀਵਨ 'ਚ ਕਮਾਇਆ ਕਿ ਜੇ ਬੰਦਾ ਜਵਾਨੀ ਵਿੱਚ ਮਾਰਗ ਦੇ ਚੱਲ ਪਏ ਮਾਲਕ ਦੇ ਨਾਲ, ਤਾਂ ਉਹ ਜ਼ਿਆਦਾ ਵਧੀਆ, ਬੁਢਾਪੇ 'ਚ ਨਹੀਂ ਚੱਲਿਆ ਜਾਂਦਾ। ਇਹ ਉਹਨਾਂ ਦਾ ਅਨੁਭਵ ਹੈ। ਇਸ ਅਨੁਭਵ ਦੇ ਵਿੱਚ ਨਾ ਸੀਮਤਾਈ ਹੈ ਨਾ ਵਿਸ਼ਾਲ ਹੈ, ਉਹਨਾਂ ਦਾ ਕਮਾਇਆ ਹੋਇਆ ਅਨੁਭਵ ਹੈ, ਕੋਈ ਸੁਣੀ ਸੁਣਾਈ ਗੱਲ ਨਹੀਂ। ਤਾਂ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਮਹੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਾਲਕ ਸਦਾ ਹੀ ਨਵੀਨ ਹੈ। ਉਹਦੇ ਸਾਜੇ ਹੋਏ ਰੂਪਾਂ ਦੇ ਰੰਗਾਂ ਵਿੱਚ, ਆਕਾਰਾਂ ਵਿੱਚ ਭਿੰਨਤਾ ਆਉਂਦੀ ਹੈ, ਪਰ ਉਹ ਸਦਾ ਹੀ, ਜਿਵੇਂ ਅਸੀਂ ਆਖਦੇ ਸਾਹਿਬ ਮੇਰਾ ਨੀਤਨਮਾ ਸਦਾ ਸਦਾ ਦਾ ਤਾਰ, ਕਹਿੰਦੇ ਉਹ ਸਦਾ ਸਾਹਿਬ ਦਾ ਰੰਗ ਇੱਕੋ ਜਿਹਾ ਹੈ। ਉਹਨੂੰ ਦੋਵੇਂ ਰੰਗ ਭਾਉਂਦੇ ਹਨ, ਦੋਵਾਂ ਰੰਗਾਂ ਦੇ ਵਿੱਚ ਭਾਉਂਦੇ ਹਨ, ਭਾਵ ਕਿ ਉਜਲਾ ਵੀ ਭਾਉਂਦਾ ਚਿੱਟੇ ਵਰਗਾ, ਕਾਲਾ ਵੀ ਭਾਉਂਦਾ। ਅੱਗੇ ਆਖਦੇ ਹਨ ਕਾਲੀ ਧੌਲੀ ਸਾਹਿਬ ਸਦਾ ਹੈ, ਮਾਲਕ ਦੀ ਬਖਸ਼ਿਸ਼ ਦਾ ਦਰ ਸਦਾ ਖੁੱਲ੍ਹਾ ਹੈ। ਕਿਤੇ ਪਹਿਲੇ ਸ਼ਲੋਕ ਨੂੰ ਪੜ੍ਹ ਕੇ ਇਹ ਨਾ ਲੱਗ ਪਏ ਕਿ ਹੁਣ ਮੇਰੇ 'ਤੇ ਬਿਰਧ ਅਵਸਥਾ ਹੋ ਗਈ, ਮੇਰੇ ਤੋਂ ਤਾਂ ਕੋਈ ਗੱਲ ਬਣਨੀ ਨਹੀਂ। ਇਸ ਜਗਿਆਸੂ ਮਨ ਦੇ ਇਸ ਸ਼ੰਕੇ ਨੂੰ ਨਿਵਰਤ ਕਰਨ ਦੇ ਲਈ, ਇਸ ਨਿਵਾਣ ਨੂੰ ਠੀਕ ਰੱਖਣ ਦੇ ਲਈ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਲੋਕ ਅੰਕਿਤ ਕੀਤਾ ਹੈ। ਤਾਂ ਗੁਰੂ ਸਾਹਿਬ ਜੀ ਆਖਦੇ ਜੇ ਕੋ ਚਿੱਤ ਕਰੇ। ਠੀਕ ਹੈ, ਕਈ ਵਾਰੀ ਦੁਨੀਆਦਾਰੀ ਦਾ ਜਿਹੜਾ ਭਟਕਣ ਹੈ ਬੜੀ ਗਹਿਰੀ ਹੁੰਦੀ ਹੈ, ਬੰਦੇ ਕੋ ਨਹੀਂ ਕੋਈ ਕਰਮ ਕੀਤਾ ਜਾਂਦਾ। ਪਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜੇ ਕੋ ਚਿੱਤ ਕਰੇ, ਜੇ ਕੋਈ ਮਨ ਵਿੱਚ ਠਾਣ ਲਵੇ ਅਤੇ ਉਹਨੂੰ ਆਪਣੇ ਮਾਲਕ ਦੇ ਉੱਪਰ ਭਰੋਸਾ ਹੋਵੇ, ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੈ ਸਭ ਕੋਏ। ਗੱਲ ਤਾਂ ਹੁਕਮ 'ਤੇ ਵੀ ਥੋੜ੍ਹੀ ਬਹੁਤੀ ਨਿਰਭਰ ਹੁੰਦੀ ਹੈ। ਹੁਣ ਸਾਰਿਆਂ ਨੂੰ ਪਤਾ ਹੈ ਕਿ ਅਧਿਆਤਮਿਕ ਮਾਰਗ ਸ਼੍ਰੇਸ਼ਟ ਹੈ, ਸਾਰਿਆਂ ਦੇ ਮਨ ਅੰਦਰ ਚੱਲਣ ਦੀ ਇੱਛਾ ਵੀ ਹੈ, ਯਤਨ ਵੀ ਕਰਦੇ ਨੇ, ਪਰ ਫਿਰ ਵੀ ਨਹੀਂ ਚੱਲਿਆ ਜਾਂਦਾ। ਇਹਦਾ ਮਤਲਬ ਕੋਈ ਪ੍ਰਾਲਬੱਧ ਵੀ ਹੈ ਹੁਕਮ ਦੇ ਵਿੱਚ ਜਿਹੜੀ ਨਾਲ ਨਾਲ ਚੱਲਣੀ ਹੈ। ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆਪਣਾ ਲਾਇਆ ਪਿਰਮ ਨਾ ਲੱਗਈ। ਜੇ ਬੰਦੇ ਦੇ ਆਪਣੇ ਯਤਨ ਨਾਲ ਹੀ ਸਾਰਾ ਕੁਝ ਅਨੁਭਵ ਹੋਵੇ, ਤਾਂ ਫਿਰ ਜੀਵਨ ਦੇ ਵਿੱਚ ਬੜੇ ਐਸੇ ਮਨੁੱਖ ਨੇ ਜਿਹੜੇ ਸੁਚੇਤ ਹੋ ਕੇ ਚੱਲ ਰਹੇ ਨੇ, ਪਰ ਉਹਨਾਂ ਦੇ ਜੀਵਨ ਦੀ ਪੂਰੀ ਬਾਤ ਨਹੀਂ ਬਣ ਰਹੀ। ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜੇ ਲੋਚੈ ਸਭ ਕੋਏ, ਸਾਰੇ ਲੋਚਦੇ ਹਨ ਕਿ ਸਾਡਾ ਜੀਵਨ ਪਵਿੱਤਰ ਹੋਵੇ, ਪਰ ਨਹੀਂ ਬਣਦਾ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਮਾਲਕ ਆਪਣੀ ਬੰਦਗੀ ਦੀ ਰੰਗਤ ਜਿਹਨੂੰ ਲਗਾ ਦੇਵੇ। ਪਰ ਉਹਦਾ ਪਹਿਲਾ ਜ਼ਿਕਰ ਇਹ ਆਇਆ ਹੈ ਕਿ ਆਪਣਾ ਲਾਇਆ। ਅਸੀਂ ਆਪਣੀ ਤਰਫ ਯਤਨ ਸ਼ੁਰੂ ਕਰ ਸਕਦੇ ਹਾਂ, ਪਰ ਇਹਨੂੰ ਸੰਪੂਰਨਤਾ ਤੱਕ ਪਹੁੰਚਾਉਣਾ ਇਹ ਉਹਦੀ ਮਿਹਰ ਦੇ ਉੱਪਰ ਖੜਾ ਹੈ। ਇਸ ਕਰਕੇ ਜਦੋਂ ਬਾਬਾ ਫਰੀਦ ਸਾਹਿਬ ਜੀ ਨੂੰ ਪੁੱਛਿਆ ਸੀ ਖਵਾਜਾ ਬਖਤਿਆਰ ਕਾਕੀ ਨੇ ਕਿ ਕਿਹੜੀ ਪੁਸਤਕ ਪੜ੍ਹ ਰਹੇ ਹੋ, ਕਹਿੰਦੇ ਨਾਫੀਆ। ਅਤੇ ਉਹਨਾਂ ਅਗਲਾ ਪ੍ਰਸ਼ਨ ਕੀਤਾ ਕੀ ਤੁਹਾਨੂੰ ਨਫਾ ਹੋਏਗਾ? ਤਾਂ ਉਹਨਾਂ ਬੜਾ ਸੁੰਦਰ ਜਵਾਬ ਦਿੱਤਾ ਕਿ ਮੈਨੂੰ ਜਿਹੜਾ ਨਫਾ ਹੈ ਤੁਹਾਡੇ ਦਰਸ਼ਨ ਦੇ ਨਾਲ, ਤੁਹਾਡੀ ਦੇਖਣ ਦੇ ਨਾਲ ਮਿਲਣਾ ਹੈ, ਤੁਹਾਡੀ ਮਿਹਰ ਦੇ ਨਾਲ ਮਿਲਣਾ ਹੈ। ਇਹ ਠੀਕ ਹੈ ਕਿ ਮੈਂ ਆਪਣਾ ਯਤਨ ਕਰ ਲਿਆ ਕਿ ਨਾਫਿਆ ਇਸਲਾਮ ਦੀ ਪੁਸਤਕ ਪੜ੍ਹ ਲਈ ਹੈ। ਤਾਂ ਬਾਬਾ ਫਰੀਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆਪਣਾ ਲਾਇਆ। ਆਪਣਾ ਯਤਨ ਹੋ ਸਕਦਾ, ਪਰ ਆਪਣੇ ਯਤਨ ਦੇ ਵਿੱਚ ਦਾਅਵਾ ਨਹੀਂ ਕਿ ਪੂਰਨਤਾ ਤੱਕ ਪੁੱਜ ਸਕਦਾ ਹੈ।
ਇਸ ਕਰਕੇ ਆਖਦੇ ਹਨ, ਇਹ ਪਿਰਮ ਪਿਆਲਾ, ਇਹ ਪ੍ਰੇਮ ਦਾ ਮਾਰਗ, ਬੰਦਗੀ ਵਾਲਾ, ਭਗਤੀ ਵਾਲਾ, ਸ਼ੁਭ ਕਰਮਾਂ ਵਾਲਾ। ਕਹਿੰਦੇ ਇਹ ਉਦੋਂ ਹੀ ਪ੍ਰਾਪਤ ਹੁੰਦਾ ਹੈ ਪਿਆਲਾ, ਜੈ ਭਾਵੈ ਤੈ ਦੇ, ਜਦੋਂ ਸਿਰਜਣਹਾਰ ਬਖਸ਼ਿਸ਼ ਕਰਦੇ। ਇਸ ਕਰਕੇ ਦੇਖੋ, ਇਹ ਵੀ ਗੱਲ ਬੜੀ ਸਮਝਣੀ ਚਾਹੀਦੀ ਹੈ। ਇਸ ਕਰਕੇ ਜੀਵਨ ਦੇ ਵਿੱਚ ਕਦੀ ਮੈਂ ਆਪਣੇ ਨੁਕਤੇ ਤੋਂ ਧਰਮ ਦਾ ਜਿਹੜਾ ਆਦਰਸ਼ਕ ਅਮਲ ਹੈ ਕਦੀ ਕਿਸੇ ਦੇ ਉੱਪਰ ਥੋਪਿਆ ਨਹੀਂ। ਹਾਂ, ਉਹਨੂੰ ਅਵਗਤ ਕਰਵਾ ਦੇਈਦਾ ਕਿ ਧਰਮ ਦਾ ਜੀਵਨ ਉਜਲਾ ਹੈ। ਬਾਕੀ ਇਹ ਵੀ ਪਤਾ ਹੈ ਕਿ ਇਹਦੇ ਜੀਵਨ ਦਾ ਵੀ ਕੋਈ ਸਿਲਸਿਲਾ ਚੱਲ ਰਿਹਾ। ਹੁਣ ਸਕੂਲ ਸਾਰਿਆਂ ਨੂੰ ਤਾਲੀਮ ਦਿੰਦਾ ਹੈ, ਇੱਕ ਪਾਠਸ਼ਾਲਾ ਹੈ, ਕੋਈ ਸਕੂਲ ਹੈ, ਕਾਲਜ ਹੈ, ਉਹ ਸਾਰਿਆਂ ਨੂੰ ਤਾਲੀਮ ਦਿੰਦਾ ਹੈ। ਜਿਹੜੇ ਤਾਲੀਮ ਨੂੰ ਸੀਰੀਅਸ ਲੈ ਕੇ ਅੱਗੇ ਚੱਲਣ ਲੱਗ ਪੈਂਦੇ ਨੇ ਉਹ ਬਹੁਤ ਅੱਗੇ ਚਲੇ ਜਾਂਦੇ ਨੇ, ਬਹੁਤ ਵੱਡੇ ਵਿਦਵਾਨ ਬਣ ਜਾਂਦੇ ਨੇ। ਉਸੇ ਸਕੂਲ ਦੇ ਵਿੱਚੋਂ ਤਾਲੀਮ ਲਏ ਬੰਦੇ ਹੁੰਦੇ ਕਈ ਵਾਰੀ ਉਸੇ ਸਕੂਲ ਦੇ ਵਿੱਚ ਮਜ਼ਦੂਰੀ ਕਰ ਰਹੇ ਹੁੰਦੇ। ਕਾਰਨ ਕੀ ਹੈ ਕਿ ਮਾਲਕ ਦੀ ਬਖਸ਼ਿਸ਼ ਦਾ ਮੁਕਾਮ ਖੁੱਲ੍ਹਾ, ਅਸੀਂ ਆਪਣਾ ਯਤਨ ਕਰ ਸਕਦੇ ਹਾਂ। ਉਸ ਯਤਨ ਨੇ ਸਾਨੂੰ ਕਿੱਥੇ ਲਿਜਾਣਾ ਹੈ? ਮਾਲਕ ਦੀ ਮਿਹਰ ਨੂੰ ਉੱਪਰ ਨਾਜ਼ਲ ਹੈ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜੈ ਭਾਵੈ ਤੈ ਦੇ, ਪਰ ਤੇਰੀ ਮੰਗ ਤਾਂ ਕੀਤੀ ਜਾ ਸਕਦੀ ਹੈ। ਜੇ ਮੰਗ ਦਾ ਪੱਧਰ ਹੀ ਮੰਗ ਹੀ ਦੱਸੇਗੀ ਕਿ ਤੂੰ ਕਿੰਨੇ ਕੁ ਜੀਵਨ ਦੀ ਚਾਹਤ ਰੱਖਦਾ ਹੈ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ 4 ਸ਼ਲੋਕਾਂ ਦੁਆਰਾ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰਦੇ ਹਨ ਕਿ ਜੀਵਨ ਨੂੰ ਜਰਾ ਰੋਗ, ਬਾਣੀ 'ਚ ਵਾਕ ਆਉਂਦਾ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਬਾਨੀ। ਕਿ ਜਦੋਂ ਤੱਕ ਇਹ ਨਾ ਚਿੰਤਾ ਕਰਕੇ ਮੇਰਾ ਜੀ ਬਲ ਘਟਦਾ ਜਾ ਰਿਹਾ। ਬਾਬਾ ਫਰੀਦ ਸਾਹਿਬ ਜੀ ਦੇ ਵਾਕ ਹਨ, ਜੋ ਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਇਸ ਕਰਕੇ ਜੀਵਨ ਦੇ ਢਲਣ ਦੀ ਚਿੰਤਾ ਨਾ ਕਰ, ਸਗੋਂ ਜਿਹੜਾ ਤੇਰੇ ਪਾਸ ਵੇਲਾ ਹੈ ਉਹਨੂੰ ਪੂਰੀ ਤਰ੍ਹਾਂ ਸੰਭਾਲ ਕੇ ਸ਼ੁਭ ਕਰਮਾਂ ਦੀ ਤਰਫ ਲਗਾ ਲੈ, ਸਾਹਿਬ ਦੀ ਬੰਦਗੀ ਵਾਲੇ ਪਾਸੇ ਲਗਾ ਲੈ, ਤਾਂ ਕਿ ਤੇਰੇ ਜੀਵਨ ਦੇ ਵਿੱਚ ਉਜਲਤਾ ਆਵੇ। ਅਤੇ ਜੇ ਤੇਰੇ ਜੀਵਨ ਦਾ ਇੱਕ ਵੇਲਾ ਬੀਤ ਗਿਆ ਹੈ, ਇੱਕ ਵੇਲਾ ਬੀਤ ਗਿਆ, ਅਜੇ ਬੁਢਾਪੇ ਦਾ ਵੇਲਾ ਬਾਕੀ ਹੈ, ਇਹਦੇ ਵਿੱਚ ਉਦਾਸ ਹੋਣ ਦੀ, ਚਿੰਤਾਤੁਰ ਹੋਣ ਦੀ ਲੋੜ ਨਹੀਂ। ਜੇ ਇਹਦੇ ਵਿੱਚ ਵੀ ਚਾਹਤ ਪੈਦਾ ਕਰ ਲਵੇਂ ਬੰਦਗੀ ਦੀ, ਅਤੇ ਮਾਲਕ ਦੀ ਮਿਹਰ ਦਾ ਇੱਕ ਕਿਣਕਾ ਤੇਰੇ ਜੀਵਨ ਨੂੰ ਫਿਰ ਗੁਰਮੁਖ ਬਣਾ ਦੇਗਾ, ਫਿਰ ਬੰਦਗੀ ਦੇ ਮਾਰਗ 'ਤੇ ਤੋਰ ਲਵੇਗਾ। ਬਸ ਯਤਨ ਇਤਨਾ ਹੈ, ਜੇ ਕੋ ਚਿੱਤ ਕਰੇ, ਜੇ ਕੋਈ ਕਰ ਲਵੇ ਮਾੜਾ ਮੋਟਾ ਵੀ ਉਦਮ ਆਪਣੇ ਮਨ ਦੇ ਤਲ 'ਤੇ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਬਾਬਾ ਫਰੀਦ ਸਾਹਿਬ ਜੀ ਦੇ ਅਧਿਆਤਮਕ ਅਨੁਭਵ ਦਾ ਲਾਭ ਉਠਾ ਕੇ ਇਸ ਨੂੰ ਕਰਮਸ਼ੀਲਤਾ ਦੇ ਵਿੱਚ ਦ੍ਰਿੜ ਕਰਕੇ ਅਸੀਂ ਗੁਰੂ ਕਿਰਪਾ ਦੇ ਪਾਤਰ ਬਣੀਏ ਜੀ। ਆਪ ਜੀ ਦੇ ਸਨਮੁਖ ਸ਼ਬਦ ਵਿਚਾਰ ਦੀ ਲੜੀਵਾਰ ਸਾਂਝ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।